मदद करते सीगे। पर पिछले 1-1.5 साल का तजुर्बा तुहाडा किस तरीके तुहाडे 25-30 साल के तजुर्बे नूं हिला के रखण वाला, मैं तुहाडे तो यह जानना चाहांगा। इस तो औखा वेला मैं अपनी जिंदगी 'ਚ नहीं देखा। जो पहले आया सी कोरोना, जो ਆਪਾਂ 967 डेड बॉडी चुकियां, 1600 ਜਿਹੜੇ ਪੇਸ਼ੈਂਟ ਸੀ ਉਹ ਅਲੱਗ ਸੀ। ਦੂਜਾ ਜਿਹੜਾ ਆਇਆ ਤੇ ਉਹ ਤੇ ਜਿਹੜੀਆਂ 6 ਮਹੀਨੇ ਚੁੱਕੀਆਂ ਸੀ ਉਹ ਅਸੀਂ 15 ਦਿਨ 'ਚ ਚੁੱਕਤੀਆਂ। ਓਏ ਹੋਏ ਪੁੱਛੋ, ਜਿਹੜਾ ਮੰਜਾ ਚੱਲ ਰਿਹਾ ਹੈ मतलब जो 6 महीने नहीं चुकियां 15 दिन ਨਹੀਂ ਚੁੱਕਤੀਆਂ ਜੀ, ਕਿਉਂਕਿ ਇਸ ਵੇਲੇ ਸਾਨੂੰ ਇੱਕ ਦਿਨ 'ਚ 40 ਤੋਂ 42 ਡੈਡ ਬੋਡੀਆਂ ਆਪਾਂ ਘਰੋਂ ਚੁੱਕ ਰਹੇ ਹਾਂ। ਜਿਹੜਾ ਸਾਹ ਦੀ ਬਿਮਾਰੀ ਨਾਲ ਮਰਿਆ ਕਰੋਨਾ, ਜਵਾਨ ਬੱਚੇ ਮਰੇ ਆ ਕਰੋਨਾ ਨਾਲ ਮਰੇ ਆ ਜੀ। बहुत ही भैड़ा वक्त आया जी दिल्ली दे विच, बहुत ही भैड़ा वक्त आया जी। मैं दस नहीं सकता तुहानूं, लेकिन साडे मुंडे ਜਿਹੜੇ ड्राइवर है जी, इस वेले 3 ड्राइवर मेरे पॉजिटिव है, दोनों मेरे बेटे और मेरी मिसी पॉजिटिव है। अच्छा, दोनों बेटे ਜੋਤਜੀਤ ਤੁਹਾਡੇ ਨਾਲ ਜੋ ਸੇਵਾ ਨਿਭਾਉਂਦੇ ਨੇ ਉਹ ਵੀ? मनीष पाल भी पॉजिटिव है, मेरी मिसी मनजीत भी पॉजिटिव है, मेरे घर की मेड भी पॉजिटिव है, मेरा ड्राइवर जितेंद्र, बलदेव, आनंद, साड़ा मैनेजर राजू ICU कैलाश हॉस्पिटल च है। ਉਹਦੇ ਲੰਗਸ ਦੇ ਉੱਤੇ ਬੜਾ ਵੱਡਾ ਇਫੈਕਟ ਹੋ ਗਿਆ। ਪਰ ਸਾਡੀ ਟੀਮ ਦੇਖੋ ਫਿਰ ਤੇ ਡਟੇ ਹੋਏ ਅਸੀਂ ਤੇ ਸੰਤ ਪਰਿਵਾਰ ਸਾਰੇ ਪਰਿਵਾਰ ਦੇ ਜੀ ਪੋਜ਼ਿਟਿਵ ਨੇ। ਤੁਸੀਂ ਇੱਥੇ ਬੈਠੇ ਲਾਸ਼ਾਂ ਦਾ ਸੰਸਕਾਰ ਕਰਾ ਰਹੇ ਹੋ, ਘਰ ਦੇ ਜੀ ਕੋਰੋਨਾ ਦੀ ਲੜਾਈ ਨਾਲ ਲੜ ਰਹੇ ਆ। ਇਹ ਹੌਸਲਾ ਆਂਦਾ ਕਿੱਥੋਂ ਹੈ ਜਤਿੰਦਰ ਸਿੰਘ ਸ਼ੰਟੀ 'ਚ? ਸਾਹਿਬ ਤੇਗ ਬਹਾਦਰ ਸਿਮਰੀਏ ਘਰ ਨੂੰ ਨਹੀਂ ਦਿਆਵੇ ਤਾਏ। ਮੈਂ ਆਪਣੀ ਟੈਚੀ ਆਪਣੀ ਗੱਡੀ 'ਚ ਰੱਖੀ ਹੋਈ ਹੈ, ਮੈਂ ਘਰ ਨਹੀਂ ਜਾਂਦਾ 10 ਦਿਨ ਤੋਂ। ਅੱਛਾ, ਮੈਂ ਘਰ 'ਚ ਜਾਣਾ ਹੀ ਨਹੀਂ। ਇੱਥੋਂ 12 ਵਜੇ ਫ੍ਰੀ ਹੋ ਕੇ ਪਾਰਕਿੰਗ 'ਚ ਜਾਂਦਾ ਵਾਂ, ਉੱਥੇ ਜਾ ਕੇ ਗੱਡੀਆਂ 'ਚ ਸਵੇਰੇ ਡਿਊਟੀ ਲਗਾਉਣਾ ਅਗਲੇ ਦਿਨ ਦੀ ਕਾਲ ਦੀ, ਫਿਰ ਉੱਥੇ ਰੋਟੀ ਫੁਲਕਾ ਖਾ ਕੇ ਉੱਥੇ ਗੱਡੀ 'ਚ ਸੋ ਜਾਣਾ ਮੈਂ ਏਸੀ 'ਚ। ਗੱਡੀ 'ਚ ਸੌਂਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਭੋਈ ਇਸ ਟਾਈਮ ਦਿੱਲੀ ਦੇ ਵਿੱਚ ਤੁਹਾਨੂੰ ਜੋੜ ਰਹੇ ਆ। ਰੋਜ਼ਾਨਾ ਹੀ 30-35 ਹਜ਼ਾਰ ਕੇਸ ਤਕਰੀਬਨ ਜਿਹੜੇ ਹੈ ਆ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਟਰੈਕ ਦੇ ਵਿੱਚ ਰਹਿੰਦੇ ਨੇ ਔਰ ਕਈ ਨਹੀਂ ਰਹਿੰਦੇ ਨੇ। ਔਰ ਇੰਨੇ ਜ਼ਿਆਦਾ ਕਰੋਨਾ ਦੇ ਜਿਹੜੇ ਕੇਸ ਆਉਣ ਦੇ ਬਾਵਜੂਦ ਕਈ ਹਜ਼ਾਰ ਮੌਤਾਂ ਜਿਹੜੀਆਂ ਦਿੱਲੀ ਦੇ ਵਿੱਚ ਹੋ ਰਹੀ ਹੈ। ਕਹਿ ਲਈਏ ਕਿ ਮੌਤ ਦਾ ਇੱਕ ਨੰਗਾ ਨਾਚ ਦਿੱਲੀ ਦੇ ਵਿੱਚ ਹੁੰਦਾ ਪਿਆ। ਸਭ ਤੋਂ ਵੱਡਾ ਤਾਂਡਵ ਇਹ ਦਿਖਾਈ ਦਿੰਦਾ ਹੈਗਾ ਮੌਤ ਦਾ ਕਿ ਕਈ ਲਾਸ਼ਾਂ ਨੂੰ ਸੰਸਕਾਰ ਕਰਨ ਵਾਸਤੇ ਜਾਂ ਤੇ ਉਹਨਾਂ ਦੇ ਰਿਸ਼ਤੇਦਾਰ ਨਹੀਂ ਮਿਲਦੇ ਜਾਂ ਉਹਨਾਂ ਨੂੰ ਸ਼ਮਸ਼ਾਨ ਘਾਟ ਨਹੀਂ ਮਿਲਦਾ। ਸੋ ਜਿਨ੍ਹਾਂ ਨੂੰ ਕੁਝ ਨਹੀਂ ਮਿਲਦਾ, ਨਾ ਉਹਨਾਂ ਨੂੰ ਐਂਬੂਲੈਂਸ ਮਿਲਦੀ ਹੈ, ਕਿਉਂਕਿ ਕਰੋਨਾ ਦੇ ਪੋਜ਼ਿਟਿਵ ਉਹ ਹੁੰਦੇ ਨੇ ਮਰੀਜ਼। ਸੋ ਕਹਿੰਦੇ ਨੇ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ। ਸੋ ਰੱਬ ਵੀ ਆਪਣੇ ਬੰਦਿਆਂ ਨੂੰ ਆਪਣੇ ਰੂਪ ਦੇ ਵਿੱਚ ਭੇਜਦਾ ਹੈਗਾ ਉਹਨਾਂ ਲੋਕਾਂ ਦੀ ਮਦਦ ਵਾਸਤੇ। ਐਸੇ ਤਰੀਕੇ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਅਸੀਂ ਖੜੇ ਹਾਂ, ਦਿੱਲੀ ਦਾ ਸੀਮਾਪੁਰੀ ਦਾ, ਜਿੱਥੇ ਰੋਜ਼ਾਨਾ ਹੀ ਸੈਂਕੜੋ ਜਿਹੜੇ ਹੈਗੇ ਆ ਲਾਸ਼ਾਂ ਦਾ, ਕੋਵਿਡ ਪੋਜ਼ਿਟਿਵ ਲਾਸ਼ਾਂ ਦਾ ਸੰਸਕਾਰ ਕੀਤਾ ਜਾਂਦਾ ਹੈਗਾ। ਔਰ ਉਹ ਸੰਸਕਾਰ ਜਿਹੜਾ ਹੈਗਾ ਉਹ ਕਰਾਉਣ ਦੇ ਵਿੱਚ ਜੋ ਮਦਦ ਕਰ ਰਹੀ ਹੈ ਉਹ ਹੈ ਸ਼ਹੀਦ ਭਗਤ ਸਿੰਘ ਸੇਵਾ ਦਲ। ਇੱਥੇ ਖੜੇ ਆ ਉਹਨਾਂ ਵੱਲੋਂ ਸ਼ਮਸ਼ਾਨ ਘਾਟ ਦੇ ਬਾਹਰ ਹੀ। ਇੰਨਾ ਜ਼ਿਆਦਾ ਕਿਉਂਕਿ ਪ੍ਰਕੋਪ ਮੌਤ ਦਾ ਵੱਧ ਗਿਆ ਕਿ ਉਹਨਾਂ ਨੂੰ ਇੱਥੇ ਬਾਹਰ ਹੀ ਆਪਣਾ ਇੱਕ ਛੋਟਾ ਜਿਹਾ ਕੈਂਪ ਵੀ ਬਣਾਉਣਾ ਪੈ ਗਿਆ, ਟੈਂਟ ਲਗਾਉਣਾ ਪੈ ਗਿਆ, ਪੂਰਾ ਰਿਕਾਰਡ ਰਜਿਸਟਰ ਇੱਥੇ ਬਣਾ ਰਹੇ ਨੇ। ਆਓ ਅੱਗੇ ਚੱਲਦੇ ਹਾਂ। ਔਰ ਇਸ ਦੇ ਮੁੱਖ ਸੇਵਾਦਾਰ ਸਰਦਾਰ ਜਤਿੰਦਰ ਸਿੰਘ ਸ਼ੰਟੀ ਇੱਥੇ ਮੌਜੂਦ ਨੇ, ਜਿਹੜੇ ਕਿ ਇਹ ਸਾਰੀਆਂ ਸੇਵਾਵਾਂ ਆਪ ਕਰ ਰਹੇ ਨੇ। ਔਰ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਫਾਊਂਡਰ ਨੇ, ਚੇਅਰਮੈਨ ਨੇ। ਔਰ ਇਹ ਪਿਛਲੇ 1-1.5 ਸਾਲ ਦੇ ਵਿੱਚ ਪੂਰਾ ਜਦੋਂ ਕੋਵਿਡ ਦਾ ਜਿਹਦਾ ਪ੍ਰਕੋਪ ਸੀਗਾ ਉਦੋਂ ਵੀ ਸੇਵਾਵਾਂ ਨਿਭਾ ਰਹੇ ਸੀਗੇ। ਸਾਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਪਦਮ ਸ਼੍ਰੀ ਤੱਕ ਇਹਨਾਂ ਨੂੰ ਜਿਹੜਾ ਅਵਾਰਡ, ਜਿਹੜਾ ਇੱਕ ਭਾਰਤ ਦਾ ਕਹਿ ਸਕਦੇ ਹਾਂ ਕਿ ਇੱਕ ਸਰਵ ਸ਼੍ਰੇਸ਼ਠ ਅਵਾਰਡ ਹੁੰਦਾ ਹੈ, ਉਹ ਵੀ ਇਹਨਾਂ ਨੂੰ ਇਹਨਾਂ ਦੀ ਸੇਵਾਵਾਂ ਕਰਕੇ ਮਿਲਿਆ। ਪਰ ਇਹ ਸੇਵਾਵਾਂ ਇਹ ਕੋਈ ਪਹਿਲੀ ਵਾਰੀ ਨਹੀਂ ਕਰ ਰਹੇ ਜਾਂ ਪਿਛਲੇ 1-1.5 ਸਾਲ 'ਚ ਨਹੀਂ ਕਰ ਰਹੇ। ਬੜਾ ਲੰਬਾ 25-30 ਸਾਲ ਦਾ ਇਹਨਾਂ ਦਾ ਇਸ ਸੇਵਾਵਾਂ ਦੇ ਵਿੱਚ ਯੋਗਦਾਨ ਹੈਗਾ। ਔਰ ਇਸ ਇਲਾਕੇ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜੇ ਕਿਸੇ ਨੂੰ ਵੀ ਐਂਬੂਲੈਂਸ ਦੀ ਲੋੜ ਹੁੰਦੀ ਆ ਤਾਂ ਸਭ ਤੋਂ ਪਹਿਲੇ ਜੇ ਉਹ ਫੋਨ ਕਰਦਾ ਹੈਗਾ ਤਾਂ ਮੈਨੂੰ ਲੱਗਦਾ ਹੈ ਕਿ ਉਹ ਸ਼ਾਇਦ ਸ਼ਹੀਦ ਭਗਤ ਸਿੰਘ ਸੇਵਾ ਦਲ ਨੂੰ ਹੀ ਫੋਨ ਕਰਦਾ ਜੇ ਕਿਸੇ ਨੂੰ ਐਂਬੂਲੈਂਸ ਫ੍ਰੀ ਆਫ ਕਾਸਟ ਚਾਹੀਦੀ ਹੁੰਦੀ ਆ, ਜਾਂ ਉਹਨਾਂ ਨੂੰ ਕੋਈ ਨਾਲ ਦੇ ਕੋਈ ਫ੍ਰੀਜ਼ਰ ਵੀ ਚਾਹੀਦਾ ਹੁੰਦਾ ਹੈਗਾ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੌਜੂਦਾ ਹਾਲਾਤਾਂ ਦੇ ਵਿੱਚ ਕਿ ਕਿਸ ਤਰੀਕੇ ਉਹ ਸਾਹਮਣਾ ਕਰ ਰਹੇ ਨੇ। ਤਸਵੀਰਾਂ ਦੇ ਵਿੱਚ, ਸ਼ਾਰਟਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆંકੜਾ ਕਿੰਨਾ ਵੱਡਾ ਹੈ। ਜਤਿੰਦਰ ਸਿੰਘ ਸ਼ੰਟੀ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੰਟੀ ਜੀ, ਸਵਾਗਤ ਕਰਦੇ ਹਾਂ ਕਾਲ ਚੈਨਲ ਤੇ। ਲਗਾਤਾਰ ਕਹਿ ਸਕਦੇ ਹਾਂ ਕਿ ਵੀ ਪਿਛਲੇ 1-1.5 ਸਾਲ ਤੋਂ ਜੋ ਤੁਸੀਂ ਸੇਵਾਵਾਂ ਕਰ ਰਹੇ ਹੋ ਉਸ ਦੇ ਵਿੱਚ ਮੈਂ ਤੁਹਾਨੂੰ ਜਾਣਨਾ ਚਾਹਾਂਗਾ, ਪਹਿਲੇ ਵੀ ਤੁਸੀਂ ਐਂਬੂਲੈਂਸ ਪ੍ਰੋਵਾਈਡ ਕਰਦੇ ਹੁੰਦੇ ਸੀਗੇ,
ਜਿਨ੍ਹਾਂ ਦੀ ਕਾਲਸ ਆਂਦੀ ਸੀਗੀ ਮੈਨੂੰ ਆਪ ਪਤਾ ਹੈਗਾ, ਔਰ ਕਈ ਕੇਸਾਂ ਦੇ ਵਿੱਚ ਮੈਂ ਤੁਹਾਨੂੰ ਮਿਲਿਆ ਵੀ ਹੋਇਆ ਵਾਂ ਕਿ ਜਦੋਂ ਗੁਰਦੁਆਰਾ 10 ਬਲਾਕ ਦੇ ਵਿੱਚ ਵੀ ਬੱਚੀ ਦਾ ਸੰਸਕਾਰ ਹੋਇਆ ਸੀ, ਤੁਹਾਡੀਆਂ ਗੱਡੀਆਂ ਆਈਆਂ ਸੀਗੀਆਂ ਔਰ ਬੱਚੀ ਦਾ ਰੈਫਰੀਜਰੇਟਰ ਜਿਹੜਾ ਉਹਨਾਂ ਨੂੰ ਉਹ ਵੀ ਪ੍ਰੋਵਾਈਡ ਕੀਤਾ ਗਿਆ ਸੀ। ਕਈ ਐਸੇ ਕੇਸਾਂ ਦੇ ਵਿੱਚ ਤੁਸੀਂ ਅੱਗੇ ਮਦਦ ਕਰਦੇ ਸੀਗੇ, ਪਰ ਪਿਛਲੇ 1.5 ਸਾਲ ਦਾ ਤਜਰਬਾ ਤੁਹਾਡਾ ਕਿਸ ਤਰੀਕੇ ਤੁਹਾਡੇ 25-30 ਸਾਲ ਦੇ ਤਜਰਬੇ ਨੂੰ ਹਿਲਾ ਕੇ ਰੱਖਣ ਵਾਲਾ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ। ਦਾਤੇ ਹੱਥ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ। ਦਾਤਾ ਦਾਤ ਜਦੋਂ ਦਿੰਦਾ ਹੈ, ਜਿਹੜਾ ਉਹਨੂੰ ਚੰਗਾ ਲੱਗਦਾ ਹੈ ਉਹਨੂੰ ਦਿੰਦਾ, ਔਰ ਸੇਵਾ ਵੀ ਉਹਨੂੰ ਬਖਸ਼ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸਾਡੇ ਤੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਪੂਰੇ ਪਰਿਵਾਰ ਤੇ, ਕਿਉਂਕਿ ਮੈਂ ਇਕੱਲਾ ਨਹੀਂ ਲੱਗਾ ਹੋਇਆ, ਮੇਰਾ ਬੇਟਾ ਜਦ ਕਿ ਲੰਡਨ ਤੋਂ ਪੜ੍ਹ ਕੇ ਆਇਆ, ਜੋਤਜੀਤ ਸਿੰਘ, ਮਨੀਸ਼ਪਾਲ, ਮੇਰੀ ਮਿਸਿਸ ਮਨਜੀਤ, ਸਾਰੇ ਮੇਰਾ ਸਾਥ ਦਿੰਦੇ ਆ। ਫਿਰ ਮੇਰੀ ਟੀਮ ਜਿਹੜੀ ਹੈ, ਮੇਰੇ ਡਰਾਈਵਰਸ, ਮੇਰੇ ਵਾਰੀਅਰਸ, ਮੇਰੇ ਮੈਨੇਜਰ ਜਿੰਦਾ ਵੀਰ ਜੀ, ਅਸੀਂ ਸਾਰੇ ਦਿਲੋਂ ਕੰਮ ਕਰਨੇ ਆ। ਸਾਨੂੰ ਲੱਗਦਾ ਯਾਰ ਇਹ ਐਡਾ ਵੱਡਾ ਜਿਹੜਾ ਅੱਜ ਦੇਸ਼ ਦੇ ਵਿੱਚ ਔਖਾ ਸਮੇਂ ਆਇਆ ਹੈ, ਇਹ ਮੈਂ ਸਮਝਣਾ ਕਿ ਬਹੁਤ ਵੱਡਾ ਡਿਜ਼ਾਸਟਰ ਹੈ ਜੀ। ਔਰ ਇਹਦੇ ਵਿੱਚ ਅਸੀਂ ਆਪਣੇ ਅੱਖੀ ਜੋ ਦੇਖ ਰਹੇ ਹਾਂ, ਹੱਥਾਂ ਨਾਲ ਜੋ ਕਰ ਰਹੇ ਹਾਂ, ਇਹ ਮਤਲਬ ਵਿਸਰ ਨਹੀਂ ਸਕਦਾ ਕਦੀ, ਅਸੀਂ ਭੁੱਲ ਨਹੀਂ ਸਕਦੇ ਆਪਣੇ ਬੱਚਿਆਂ ਤੋਂ। ਬੱਚੇ ਜਿਵੇਂ ਅਸੀਂ ਪਾਕਿਸਤਾਨ ਦੀ ਗੱਲਾਂ ਸੁਣਿਆ ਨਾ, ਇਹ ਸਾਨੂੰ ਇਦਾਂ ਹੀ ਯਾਦ ਰਹੇਗਾ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਵਿੱਚ, ਕਿ ਯਾਰ ਐਸਾ ਸਮਾਂ ਵੀ ਕਦੀ ਆ ਸਕਦਾ ਹੈ ਕਿ ਇੱਕ ਕਰੋੜਪਤੀ ਬੰਦਾ ਕਰੋੜਾਂ ਰੁਪਏ ਦੇ ਕੇ 4 ਸਾਹ ਨਾ ਲੈ ਸਕੇ, ਉਹਨੂੰ ਆਕਸੀਜਨ ਦੀ ਮਸ਼ੀਨ ਨਾ ਮਿਲੇ, ਉਹਨੂੰ ਬੈੱਡ ਨਾ ਮਿਲੇ, ਉਹਨੂੰ ਐਂਬੂਲੈਂਸ ਨਾ ਮਿਲੇ, ਉਹਨੂੰ ਵੈਂਟੀਲੇਟਰ ਨਾ ਮਿਲੇ, ਉਹਨੂੰ ਇੰਜੈਕਸ਼ਨ ਨਾ ਮਿਲਣ। ਐਸਾ ਕਦੀ ਸੁਣ ਸਕਦੇ ਹਾਂ ਅਸੀਂ? ਲੇਕਿਨ ਅੱਖੀ ਦੇਖਿਆ ਜੀ ਹੁਣ, ਤੇ ਮੈਂ ਸਮਝਦਾ ਇਸ ਤੋਂ ਔਖਾ ਵੇਲਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ। ਜਦੋਂ ਪਹਿਲੇ ਆਇਆ ਸੀ ਕਰੋਨਾ, ਜਦੋਂ ਆਪਾਂ 967 ਰੈਡ ਬੜੀ ਚੁੱਕੀਆਂ, ਹਾਂ, ਤੇ 1600 ਜਿਹੜੇ ਪੇਸ਼ੈਂਟ ਸੀ ਉਹ ਅਲੱਗ ਸੀ, ਜਿਹੜੀ ਪਹਿਲੀ ਲਹਿਰ ਸੀ। ਪਹਿਲੀ ਲਹਿਰ। ਇਹ ਦੂਜਾ ਜਿਹੜਾ ਆਇਆ ਤੇ ਉਹ ਤੇ ਜਿਹੜੀਆਂ 6 ਮਹੀਨੇ ਚੁੱਕੀਆਂ ਸੀ ਉਹ ਅਸੀਂ 15 ਦਿਨ 'ਚ ਚੁੱਕਤੀਆਂ। ਓਏ ਹੋਏ ਪੁੱਛੋ, ਜਿਹੜਾ ਮੰਜਾ ਚੱਲ ਰਿਹਾ ਹੈ, ਮਤਲਬ ਜੋ 6 ਮਹੀਨੇ ਨਹੀਂ ਚੁੱਕੀਆਂ ਉਹ 15 ਦਿਨ ਚ 15 ਦਿਨ ਚੁੱਕਤੀਆਂ ਜੀ। ਕਿਉਂਕਿ ਇਸ ਵੇਲੇ ਸਾਨੂੰ ਇੱਕ ਦਿਨ 'ਚ, ਮੇਰੇ ਕੋਲ ਮੈਂ ਤੁਹਾਨੂੰ ਰਜਿਸਟਰ ਦਿਖਾ ਸਕਦਾ, 40 ਤੋਂ 42 ਡੈਡ ਬੋਡੀਆਂ ਆਪਾਂ ਘਰੋਂ ਚੁੱਕ ਰਹੇ ਹਾਂ। ਅਲੱਗ ਅਲੱਗ, ਕੋਈ ਛੱਤ ਤੇ ਪਈ ਹੈਗਾ, ਉੱਪਰ ਰੂਮ 'ਚ, ਕੋਈ ਥੱਲੇ ਰੂਮ 'ਚ। ਇਹ ਮੈਨੂੰ ਅੱਜ 2 ਫੋਨ ਆਏ, ਛੱਤ ਤੇ ਪਈ ਹੈ, ਮਤਲਬ ਉੱਤੇ ਰੂਮ ਬਣਿਆ, ਛੋਟੇ ਛੋਟੇ ਬਜ਼ੁਰਗ ਰਹਿੰਦੇ ਆ, ਫਲੋਰ ਦੇ ਵਿੱਚ ਕੱਲ ਕੋਈ ਕਿਰਾਏਦਾਰ ਰਹਿ ਰਿਹਾ, ਤੁਹਾਨੂੰ ਲੈਣ ਵੀ ਉੱਪਰ ਜਾਣਾ ਪੈਂਦਾ। ਸਾਡੇ ਵਾਰੀਅਰ ਜਾਂਦੇ, ਮੈਂ ਖੁਦ ਜਾਂਦਾ ਜੀ। ਅੱਜ 42 ਬੋਡੀਆਂ ਚੁੱਕੀਆਂ ਅਸੀਂ। ਅੱਜ ਮੈਨੂੰ ਟੋਰਾਂਟੋ ਤੋਂ ਫੋਨ ਆਇਆ, ਇੱਕ USA ਤੋਂ ਫੋਨ ਆਇਆ ਕਿ ਸਾਡੇ ਫਲਾਣੇ ਜਗ੍ਹਾ ਡੈਥ ਹੋ ਗਈ, ਬਾਜੀ ਬੋਡੀ ਚੁਕਵਾ ਦਿਓ ਪਲੀਜ਼। ਸਾਊਥ ਦਿੱਲੀ ਹੈ, ਈਸਟ ਦਿੱਲੀ ਹੈ, ਵੈਸਟ ਦਿੱਲੀ ਹੈ। ਤੇ ਫਿਰ ਅਸੀਂ ਜਾ ਕੇ ਆਪਣੀ ਟੀਮ ਨੂੰ ਲਿਆ ਕੇ ਸੰਸਕਾਰ ਵੀ ਕੀਤਾ। ਕੋਈ ਬੰਦਾ ਨਹੀਂ, ਕੁਛ ਨਹੀਂ, ਇਕੱਲੇ ਦਾ। ਅਸੀਂ ਉਹਨਾਂ ਕੋਲੋਂ ਉੱਥੋਂ ਮੰਗਾ ਲਿੱਤੀ ਅੰਡਰਟੇਕਿੰਗ ਔਨਲਾਈਨ। ਅਸੀਂ ਇਹ ਵੀ ਕੰਮ ਕਰ ਰਹੇ ਹਾਂ ਅੱਜ ਕੱਲ੍ਹ ਕਿ ਔਨਲਾਈਨ ਅੰਡਰਟੇਕਿੰਗ ਲੈ ਕੇ ਸੰਸਕਾਰ ਕਰ ਦਿੰਦੇ ਹਾਂ ਅਸੀਂ, ਔਰ ਉਹਦਾ ਕੋਈ ਖਰਚਾ ਵੀ ਨਹੀਂ ਹੈ, ਫ੍ਰੀ ਆਫ ਕਾਸਟ। ਅੱਛਾ, ਕੋਈ ਖਰਚਾ ਨਹੀਂ ਲੈ ਰਹੇ? ਖਰਚਾ ਨਹੀਂ ਹੈ। ਇਸ ਕਰਕੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ 40-45 ਸੰਸਕਾਰ ਉਹ ਕਰ ਰਹੇ ਹਾਂ ਰੋਜ਼, ਜਿਹੜੇ ਘਰੋਂ ਚੱਕ ਰਹੇ ਹਾਂ। ਉਹਦੇ ਬੜੇ ਸਾਰੇ ਜਿਹੜੇ ਘਰ ਵਾਲੇ ਹੈ ਹੀ ਨਹੀਂ ਹੈਗੇ ਆ, ਤੇ ਬੱਚੇ ਆ ਛੋਟੇ ਆ, ਸਾਰੇ ਕੁਆਰੰਟਾਈਨ ਹੈ, ਉਹ ਸੰਸਕਾਰ ਅਸੀਂ ਫ੍ਰੀ ਕਰਨੇ ਆ ਜੀ। ਆਮ ਤੌਰ ਤੇ ਇੱਕ ਸੰਸਕਾਰ ਦਾ ਕਿੰਨਾ ਕੁ ਖਰਚਾ ਬਣ ਜਾਂਦਾ ਹੁੰਦਾ ਹੈ? ਜੇ ਉਹੀ 5-7 ਹਜ਼ਾਰ ਲੱਗ ਹੀ ਜਾਂਦਾ ਜੀ, ਨਾ ਕਰ ਰਹੇ ਹਾਂ। ਸਾਰਾ ਲੱਕੜਾਂ ਵਗੈਰਾ ਦਾ, ਹਰ ਚੀਜ਼ ਦਾ ਸਾਰਾ ਸਭ ਕਰਨੇ ਜੀ। ਬਹੁਤ ਲੋਕਾਂ ਸਾਨੂੰ ਫੋਨ ਵੀ ਆਉਂਦੇ ਆ ਕਿ ਸ਼ੰਟੀ ਜੀ ਅਸੀਂ ਵਿੱਚ ਆਹੂਤੀ ਪਾਣਾ ਚਾਹੁੰਦੇ ਹਾਂ। ਹੁਣ ਜਿਵੇਂ ਮੈਂ ਲੱਕੜ ਦਾ ਅਨਾਉਂਸ ਕੀਤਾ ਸੀ, ਕਿਉਂਕਿ ਸਾਡੀ ਤਕਰੀਬਨ ਇਸ ਵੇਲੇ 40 ਟਨ ਲੱਕੜ ਰੋਜ਼ ਲੱਗ ਰਹੀ ਹੈ। 40 ਟਨ 400 ਕੁਇੰਟਲ ਰੋਜ਼ ਸਿੱਧਾ ਫੰਡਾ 4 ਕੁਇੰਟਲ ਪਰ ਬਾਡੀ, 100 ਬਾਡੀਆਂ ਤੋਂ ਘੱਟ ਆ ਨਹੀਂ ਰਹੀਆਂ, ਤੇ 40 ਟਨ ਤਾਂ ਪੱਕਾ ਹੀ ਹੈ ਜੀ, ਵੱਧ ਵੀ ਜਾਂਦਾ ਹੈ। ਰੋਜ਼ਾਨਾ ਕਿੰਨੀ ਲਾਸ਼ਾਂ ਹੈ? ਹਜੇ ਤੱਕ ਤਾਂ 100 ਦੀ ਰੇਸ਼ੋ ਚੱਲ ਰਹੀ ਹੈ ਜੀ। ਸਾਰੀ ਕੋਰੋਨਾ ਪੋਜ਼ਿਟਿਵ? 90% ਯੈਸ। ਕਿਉਂਕਿ ਉਹ ਗੱਲ ਅਲੱਗ ਹੈ ਕਿ ਕਿਸੇ ਕੋਲ ਸਰਟੀਫਿਕੇਟ ਹੈ ਨਹੀਂ, ਉਹ ਡਿਫਰੈਂਟ ਗੱਲ ਹੈ, ਲੇਕਿਨ ਹੈ ਕਰੋਨਾ ਹੀ ਹੈ। ਕਿਉਂਕਿ ਸਿੰਪਟਮ ਦੱਸ ਦਿੰਦੇ ਨੇ, ਜਿਹੜਾ ਸਾਹ ਦੀ ਬਿਮਾਰੀ ਨਾਲ ਮਰਿਆ ਕਰੋਨਾ ਹੈ, ਜਵਾਨ ਬੱਚੇ ਮਰੇ ਕਰੋਨਾ ਨਾਲ ਮਰੇ ਜੀ। ਤੇ ਬਹੁਤ ਹੀ ਭੈੜਾ ਵਕਤ ਆਇਆ ਜੀ ਦਿੱਲੀ ਦੇ ਵਿੱਚ, ਬਹੁਤ ਹੀ ਭੈੜਾ ਵਕਤ ਆਇਆ ਜੀ, ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਲੇਕਿਨ ਸਾਡੇ ਮੁੰਡੇ ਜਿਹੜੇ ਸਾਡੇ ਡਰਾਈਵਰ ਹੈ ਜੀ, ਇਸ ਵੇਲੇ 3 ਡਰਾਈਵਰ ਮੇਰੇ ਪੋਜ਼ਿਟਿਵ ਹੈ, ਦੋਨੋਂ ਮੇਰੇ ਬੇਟੇ ਔਰ ਮੇਰੀ ਮਿਸੀ ਪੋਜ਼ਿਟਿਵ ਹੈ। ਅੱਛਾ, ਦੋਨੋਂ ਬੇਟੇ? ਹਾਂ, ਦੋਨੋਂ। ਜੋਤਜੀਤ ਤੁਹਾਡੇ ਨਾਲ ਜੋ ਸੇਵਾ ਨਿਭਾਉਂਦੇ ਨੇ ਉਹ ਵੀ? ਮਨੀਸ਼ਪਾਲ ਵੀ ਪੋਜ਼ਿਟਿਵ ਹੈ, ਮੇਰੀ ਮਿਸੀ ਮਨਜੀਤ ਵੀ ਪੋਜ਼ਿਟਿਵ ਹੈ, ਮੇਰੇ ਘਰ ਦੀ ਮੇਡ ਵੀ ਪੋਜ਼ਿਟਿਵ ਹੈ, ਮੇਰਾ ਡਰਾਈਵਰ ਜਤਿੰਦਰ, ਬਲਦੇਵ, ਆਨੰਦ, ਸਾਡਾ ਮੈਨੇਜਰ ਰਾਜੂ ICU 'ਚ ਕੈਲਾਸ਼ ਹਸਪੀਟਲ 'ਚ ਹੈ। ਉਹਦੇ ਲੰਗਸ ਦੇ ਉੱਤੇ ਬੜਾ ਵੱਡਾ ਇਫੈਕਟ ਹੋ ਗਿਆ, ਪਰ ਸਾਡੀ ਟੀਮ ਦੇਖੋ ਫਿਰ ਤੇ ਡਟੇ ਹੋਏ ਅਸੀਂ ਤੇ ਸੰਤ ਪਰਿਵਾਰ। ਸਾਰੇ ਪਰਿਵਾਰ ਦੇ ਜੀ ਪੋਜ਼ਿਟਿਵ ਨੇ, ਤੁਸੀਂ ਇੱਥੇ ਬੈਠੇ ਲਾਸ਼ਾਂ ਦਾ ਸੰਸਕਾਰ ਕਰਾ ਰਹੇ ਹੋ, ਘਰ ਦੇ ਜੀ ਕਰੋਨਾ ਦੀ ਲੜਾਈ ਨਾਲ ਲੜ ਰਹੇ ਆ। ਇਹ ਹੌਸਲਾ ਆਂਦਾ ਕਿੱਥੋਂ ਹੈ ਜਤਿੰਦਰ ਸਿੰਘ ਸ਼ੰਟੀ 'ਚ? ਸਾਹਿਬ ਤੇਗ ਬਹਾਦਰ ਸਿਮਰੀਏ ਘਰ ਨੂੰ ਨਹੀਂ ਦਿਆਵੇ ਤਾਏ। ਮੈਂ ਆਪਣੀ ਅਟੈਚੀ ਆਪਣੀ ਗੱਡੀ 'ਚ ਰੱਖੀ ਹੋਈ ਹੈ, ਮੈਂ ਘਰ ਨਹੀਂ ਜਾਂਦਾ 10 ਦਿਨ ਤੋਂ। ਅੱਛਾ,
ਮੈਂ ਘਰ 'ਚ ਹੀ ਜਾਣਾ ਹੀ ਨਹੀਂ, ਇੱਥੋਂ 12 ਵਜੇ ਫ੍ਰੀ ਹੋ ਕੇ ਪਾਰਕਿੰਗ 'ਚ ਜਾਂਦਾ ਵਾਂ, ਉੱਥੇ ਜਾ ਕੇ ਗੱਡੀਆਂ 'ਚ ਸਵੇਰੇ ਡਿਊਟੀ ਲਗਾਉਣਾ ਅਗਲੇ ਦਿਨ ਦੀ ਕਾਲ ਦੀ, ਫਿਰ ਉੱਥੇ ਹੀ ਰੋਟੀ ਫੁਲਕਾ ਖਾ ਕੇ ਉੱਥੇ ਗੱਡੀ 'ਚ ਸੋ ਜਾਣਾ ਮੈਂ ਏਸੀ 'ਚ। ਗੱਡੀ 'ਚ ਹੀ ਸੌਂਦੇ ਹੋ? ਗੱਡੀ 'ਚ ਸੌਂਦਾ ਮੈਂ। ਇੱਥੇ ਹੀ? ਨਾ ਪਾਰਕਿੰਗ ਹੈ ਸਾਡੀ ਸ਼ਹੀਦ ਚੌਧਰੀ ਦੀ ਪਾਰਕਿੰਗ ਹੈ, ਉੱਥੇ ਗੱਡੀ ਲਗਾ ਕੇ ਸੋ ਜੀਦਾ 5-6 ਘੰਟੇ, 6 ਵਜੇ ਫਿਰ ਕਾਲ ਆਉਣੀ ਸ਼ੁਰੂ ਹੋ ਜਾਂਦੀਆਂ ਨੇ। ਇਹ ਰੂਟੀਨ ਬਣ ਗਿਆ ਸਾਡਾ ਹੁਣ, ਅਤੇ ਜੀ ਖੁਸ਼ ਹੈਗੇ ਹਾਂ। ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ ਕਰਾਂਗੇ ਜੀ, ਜੇ ਜਾਨ ਵੀ ਚਲੀ ਹੈ ਕੰਮ ਨਹੀਂ ਰੋਕਾਂਗੇ ਜੀ। ਸ਼ੰਟੀ ਜੀ ਕਹਿੰਦੇ ਕਿ ਜਿਹੜੇ ਕੰਮ ਸਰਕਾਰ ਦੇ ਹੁੰਦੇ ਆ ਨਾ ਉਹ ਤੁਸੀਂ ਕਰ ਰਹੇ ਹੋ। ਲੋਕੀ ਇਹ ਕਹਿਣ ਵੀ ਲੱਗ ਗਏ ਕਿ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਸੀਮਾਪੁਰੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਪੀਲੀ ਪੱਗ ਦੇ ਵਿੱਚ ਇੱਕ ਸਰਦਾਰ ਕਰਦਾ ਨਜ਼ਰ ਆਂਦਾ ਹੈਗਾ। ਔਰ ਇਹ ਤਾਂ ਕਹਿ ਦਿੰਦੇ ਆ ਕਿ ਲੋਕੀ ਤਾਂ ਆਪਣੇ ਪੁੱਤਰਾਂ ਨੂੰ ਕਹਿੰਦੇ ਕਿ ਪੁੱਤਰ ਤੂੰ ਵੱਡੀ ਵੱਡੀ ਪੜ੍ਹਾਈ ਕਰ, ਵੱਡੀ ਪੜ੍ਹਾਈ ਕਰਕੇ ਤੂੰ ਵਿਦੇਸ਼ਾਂ 'ਚ ਜਾ, ਫਲਾਣੀ ਜਗ੍ਹਾ ਜਾ। ਕੋਈ ਪਿਓ ਜਿਹੜਾ ਹੈਗਾ ਨਾ ਆਪਣੇ ਕੰਮ ਦੇ ਵਿੱਚ ਤਕਰੀਬਨ ਜਿਹੜਾ ਨਾ ਇਹਨਾਂ ਕੰਮਾਂ ਦੇ ਵਿੱਚ ਕੋਈ ਪਿਓ ਆਪਣੇ ਪੁੱਤਰ ਨੂੰ ਪਾਣਾ ਨਹੀਂ ਚਾਹੁੰਦਾ, ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੀ ਲੜਾਈ ਸਿੱਧਾ ਜਿਹੜੀ ਹੈ ਨਾ ਸਾਹਮਣੇ ਮੌਤ ਦੇ ਨਾਲ ਹੈ। ਕਰੋਨਾ ਮੌਤ ਦਾ ਇੱਕ ਦੂਜਾ ਰੂਪ ਬਣ ਕੇ ਆਇਆ। ਜੋਤਜੀਤ ਨੂੰ ਮੈਨੂੰ ਯਾਦ ਹੈ ਪਿਛਲੇ ਸਾਲ ਤੁਸੀਂ ਵੀ ਕਰੋਨਾ ਦੇ ਨਾਲ ਪੋਜ਼ਿਟਿਵ ਹੋ ਗਏ ਸੀਗੇ ਜੁਲਾਈ ਦੇ ਵਿੱਚ, ਤੁਹਾਡਾ ਬੇਟਾ ਵੀ ਜੋਤਜੀਤ ਵੀ ਕੋਵਿਡ ਹੋ ਗਿਆ ਸੀਗਾ। ਹੁਣ ਦੂਸਰੀ ਵਾਰੀ ਉਹਨੂੰ ਕੋਵਿਡ ਹੋਇਆ ਹੈਗਾ, ਤੁਸੀਂ ਫੇਰ ਵੀ ਉਹਨਾਂ ਨੂੰ ਨਾਲ ਲੈ ਕੇ ਤੁਰੇ ਹੋ। ਇਹ ਕਿੱਦਾਂ ਜਿਹੜਾ ਹੈਗਾ ਬਖਸ਼ੀਸ਼ ਗੁਰਸਾਹਿਬ ਨੇ ਤੁਹਾਡੇ ਤੇ ਬੜੀ ਵੱਡੀ ਬਖਸ਼ੀਸ਼ ਕੀਤੀ ਹੈ, ਪਰ ਕਿੱਦਾਂ ਤੁਸੀਂ ਇਹਦੇ ਨਾਲ ਜੂਝਦੇ ਹੋ? ਦੇਖੋ ਮੇਰੀ ਸੋਚ ਇਹ ਕਹਿੰਦੀ ਹੈ ਕਿ ਜਿਹੜੇ ਲੋਕ ਜ਼ਿਆਦਾ ਘਰਾਂ ਦੇ ਵਿੱਚ ਛੁਪ ਕੇ ਬੈਠੇ ਨਿਕਲੇ ਹੀ ਨਹੀਂ, ਕਰੋਨਾ ਤੇ ਉਹਨਾਂ ਨੂੰ ਵੀ ਹੋਇਆ ਜੀ, ਘਰ ਬੈਠੇ ਹੋਏ ਮਰੇ ਵੀ ਜ਼ਿਆਦਾ ਹੋਈ ਨੇ। ਮੈਨੂੰ ਕੋਈ ਮਿਹਨਤ ਕਰਨ ਵਾਲਾ ਬੰਦਾ ਤੇ ਮਰਦਾ ਦਿਖਿਆ ਨਹੀਂ। ਇਹ ਹੁਣੇ 1300 ਬੋਡੀ ਦਾ ਜਿਹੜਾ ਸੰਸਕਾਰ ਹੋਇਆ ਸਾਡੇ ਇੱਥੇ, ਦੂਜੇ ਦੌਰ ਦੀ ਗੱਲ ਕਰ ਰਿਹਾ ਮੈਂ, 1300 ਬੋਡੀ ਤੋਂ ਜ਼ਿਆਦਾ 1400 ਵੀ ਹੋ ਸਕਦਾ ਹੈ, ਮੈਂ ਅਜੇ ਕਾਊਂਟਿੰਗ ਨਹੀਂ ਕੀਤੀ। ਮੇਰੇ ਕੋਲ ਕੋਈ ਮੈਂ ਦੇਖਿਆ ਨਹੀਂ ਕੋਈ ਵਿਚਾਰਾ ਕੋਈ ਗਰੀਬ ਝੁੱਗੀ ਵਾਲਾ ਰਕਸ਼ਾ ਵਾਲਾ ਆਇਆ ਹੋਇਆ, ਸਾਰੇ ਰੱਜੇ ਪੁੱਜੇ ਆਏ ਜੀ। ਇਟ ਮੀਨਸ ਮਿਹਨਤ ਕਰਦੇ ਰਹੋ, ਇਮਿਊਨਿਟੀ ਵਧਾਓ, ਮਨੋਬਲ ਵਧਾਓ, ਗੁਰੂ ਮਹਾਰਾਜ ਨੂੰ ਸਮੁੱਖ ਰੱਖੋ, ਤੇ ਇੱਕੋ ਬਸ ਦਿਲ 'ਚ ਧਾਰ ਕੇ ਚਲੋ ਕਿ ਦੇਸ਼ ਹੀ ਬਾਬਰ ਮੋਹੇ ਹੈ ਸ਼ੁਭ ਕਰ ਮੰਤੇ ਕਬੂ ਨਾ ਟਰੋ। ਇੱਕੋ ਦਿਲ 'ਚ ਗੱਲ ਰੱਖੋ, ਜੇ ਆਣ ਦੇ ਆਈ ਜਾਣਾ ਕਿਵੇਂ ਰੋਕ ਲਾਂਗੇ ਜੀ। ਜੇ ਅਸੀਂ ਘਰ ਸੁੱਤੇ ਪਏ ਮਰ ਗਏ ਜਿਵੇਂ ਲੋਕੀ ਮਰਦੇ ਪਏ ਆ, ਕਿੰਨੇ ਪੁੱਛਣਾ ਜੀ। ਜੇ ਕੁਝ ਮਰ ਕੇ ਕੁਝ ਕਰਕੇ ਮਰਾਂਗੇ ਤੇ ਕਿਤੇ ਤੇ ਪੀਲੀ ਪੱਗ ਦਾ ਨਾਂ ਆ ਜਾਏਗਾ ਮਾੜਾ ਮੋਟਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੰਸ਼ਜ ਹੈਗੇ ਅਸੀਂ, ਗੁਰੂ ਗੋਬਿੰਦ ਸਿੰਘ ਜੀ ਦੇ ਵੰਸ਼ਜ ਹਾਂ ਅਸੀਂ, ਤੇ ਕਿਤੇ ਦਾ ਨਾਮ ਆਏਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਫੌਜ ਹੈ, ਬੋਤਾ ਸਿੰਘ ਗਰਜਾ ਨੂੰ ਅੱਜ ਕੋਈ ਯਾਦ ਕਰਦੇ ਆ। ਜਦੋਂ ਸਾਰੇ ਸਿੱਖ ਬਿਲਕੁਲ ਖਤਮ ਹੋ ਗਏ ਤਾਂ ਉਹਨਾਂ ਨੇ ਟੈਕਸ ਲਾਤਾ ਸੀ। ਸਾਡੀ ਕੌਮ ਤੇ ਮਰਜੀਵੜੇ ਹੈਗੇ ਜੀ, ਬਣੀ ਅਸੀਂ ਕਮਾ ਸਿਆ ਅਸੀਂ। ਯਾਨੀ ਕਿ ਹਮੇਸ਼ਾ ਜਿਹੜਾ ਨਾ ਮਤਲਬ ਇਤਿਹਾਸ ਨੂੰ ਨਾਲ ਲੈ ਕੇ ਤੁਰਦੇ ਹੋ। ਸੋਸਾਇਟੀ ਦਾ ਨਾਮ ਵੀ ਸ਼ਹੀਦ ਭਗਤ ਸਿੰਘ, ਤੇ ਉਹੀ ਸ਼ਹੀਦ ਭਗਤ ਸਿੰਘ ਦੀ ਜਿਹੜੀ ਬਸੰਤੀ ਦਸਤਾਰ ਹਮੇਸ਼ਾ ਤੁਹਾਡੇ ਸਿਰ ਤੇ। ਮੈਨੂੰ ਲੱਗਦਾ ਨਹੀਂ ਤੁਸੀਂ ਇਸ ਤੋਂ ਇਲਾਵਾ ਸ਼ਾਇਦ ਕੋਈ ਹੋਰ ਰੰਗ, ਹੋਰ ਬੇਟਾ ਵੀ ਐਸੇ ਦਸਤਾਰ ਦੇ ਵਿੱਚ, ਯਾਨੀ ਕਿ ਆਪਣੇ ਐਥਿਕਸ ਨੂੰ ਨਾਲ, ਹਿਸਟਰੀ ਨੂੰ ਨਾਲ ਲੈ ਕੇ ਤੁਰ ਰਹੇ ਹੋ। ਦੇਖੋ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਸ਼ੰਟੀ ਜੀ ਤੁਹਾਨੂੰ ਅੰਦਰ ਪਦਮ ਸ਼੍ਰੀ ਵੀ ਮਿਲ ਗਿਆ, ਹੁਣ ਤੁਸੀਂ ਕਿਉਂ ਲੱਗੇ ਹੋਏ ਹੋ? ਹੁਣ ਤਾਂ ਠੀਕ ਹੈ, ਹੁਣ ਤਾਂ ਤੁਸੀਂ ਚੁੱਪ ਕਰਕੇ ਘਰ ਬਹਿ ਸਕਦੇ ਹੋ, ਤੁਹਾਨੂੰ ਤਾਂ ਅਵਾਰਡ ਮਿਲ ਗਿਆ, ਵਧੀਆ। ਮੇਰਾ ਇੱਕੋ ਕਹਿਣਾ, ਦੇਖੋ ਜੀ ਭਗਤ ਸਿੰਘ ਨੇ ਕੁਰਬਾਨੀ ਦਿੱਤੀ 23 ਸਾਲ ਦੀ ਉਮਰ 'ਚ। ਉਹਨੇ ਕਿਹਾ ਕਿ ਦਮ ਨਿਕਲੇ ਇਸ ਦੇਸ਼ ਕੀ ਖਾਤਰ ਬਸ ਇਤਨਾ ਅਰਮਾਨ ਹੈ। ਉਹਨੇ ਕਿਸੇ ਪੋਸਟ ਵਾਸਤੇ ਜਾਂ ਪਦਮ ਸ਼੍ਰੀ ਵਾਸਤੇ ਨਹੀਂ ਕੀਤੀ ਜੀ। ਉਹਨੇ ਨਾ ਇਲੈਕਸ਼ਨ ਲੜਨਾ ਸੀ ਨਾ ਕੁਛ। ਊਧਮ ਸਿੰਘ ਨੂੰ ਕਿਉਂ ਯਾਦ ਕਰਦੇ ਆ ਲੋਕੀ? ਜਨੂਨ ਹੈ ਆਪਣਾ, ਮੈਨੂੰ ਜਨੂਨ ਹੈ, ਮੈਨੂੰ ਕੋਈ ਵੀ ਰੁਕੇਗਾ ਮੈਂ ਨਹੀਂ ਰੁਕਾਂਗਾ। ਮੈਨੂੰ ਬਹੁਤ ਮੇਰੇ ਚਾਹਣ ਵਾਲਿਆਂ ਦੇ ਫੋਨ ਆਉਂਦੇ ਅੱਛੇ, ਕਈ ਲੋਕ ਗੰਦੇ ਕਮੈਂਟਸ ਵੀ ਦਿੰਦੇ ਆ ਵੀਡੀਓ ਤੇ। ਜਦੋਂ ਮੈਂ ਪੜ੍ਹਨਾ ਕਿ ਇੰਨੇ ਬੰਦੇ ਮਰ ਰਹੇ, ਕਹਿੰਦੇ ਸਾਨੂੰ ਡਰਾ ਰਹੇ। ਮੈਂ ਕਿਹਾ ਡਰਾ ਨਹੀਂ, ਤੁਹਾਨੂੰ ਸਮਝਾ ਰਿਹਾ, ਮੈਂ ਸਮਝਾ ਰਿਹਾ ਤੁਹਾਨੂੰ। ਇਹ ਕੁਝ ਖਾਣ ਨਾਲ ਨਹੀਂ ਮਰੇ ਜਿਹੜੇ ਖੜੇ ਆ, ਸਭ ਇੱਕੋ ਵਾਇਰਸ ਨਾਲ ਮਰ ਗਏ ਆ। ਤੁਸੀਂ ਦੇਖਿਆ ਨਹੀਂ 4-4 ਲਾਸ਼ਾਂ ਆ ਰਹੀ ਗੱਡੀ ਭਰ ਕੇ, ਇੱਕ ਗੱਡੀ ਜਾਂਦੀ ਹੈ ਦੂਜੀ ਆਉਂਦੀ, ਇੱਕ ਜਾਂਦੀ ਦੂਜੀ ਆਉਂਦੀ ਹੈ। ਇਹ ਕਿੱਥੋਂ ਆ ਰਹੀਆਂ ਲਾਸ਼ਾਂ ਦੇ ਢੇਰ? ਇੱਕ ਦਿਨ 'ਚ ਮੈਂ ਇੱਕ ਹਸਪਤਾਲ ਤੋਂ 50 ਲਾਸ਼ਾਂ ਚੁੱਕੀਆਂ ਨੇ ਇੱਕ ਦਿਨ ਦੇ ਵਿੱਚ। ਇਹ ਰੇਸ਼ੋ ਚੱਲ ਰਿਹਾ ਸੀ। ਇਹ ਦੇਖੋ ਗੱਡੀ ਹੋਰ ਆ ਗਈ ਭਰ ਕੇ। ਫੇਰ ਸਾਇਰਨ ਵੱਜਦੇ ਹੋਏ ਨਜ਼ਰ ਆ ਰਹੇ ਆ। ਤੇ ਸ਼ੰਟੀ ਜੀ ਮੈਂ ਜਾਣਨਾ ਚਾਹਾਂਗਾ ਕਿ ਕਈ ਲੋਕ ਸਮਾਜ ਸੇਵਾ ਤੋਂ ਪੋਲਿਟਿਕਸ ਦੇ ਵਿੱਚ ਆਉਂਦੇ ਨੇ, ਸਮਾਜ ਸੇਵਾ ਨੂੰ ਪੌੜੀ ਬਣਾ ਕੇ ਫਿਰ ਪੋਲਿਟਿਕਸ 'ਚ ਆਉਂਦੇ ਨੇ। ਤੁਸੀਂ ਪੋਲਿਟਿਕਸ ਦੇ ਵਿੱਚ MLA ਵੀ ਰਹੇ ਹੋ, ਔਰ ਜਿਹੜਾ ਹੈਗਾ ਅਲੱਗ-ਅਲੱਗ ਭਾਰਤੀ ਜਨਤਾ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਈ ਇਲੈਕਸ਼ਨ ਤੁਸੀਂ ਲੜੇ ਹੈਗੇ ਆ। ਤੁਸੀਂ ਪੋਲਿਟਿਕਸ ਤੋਂ ਸਮਾਜ ਸੇਵਾ ਵੱਲ ਆਏ ਹੋ। ਮੈਂ 2007 'ਚ ਮੈਂ ਇੰਡੀਪੈਂਡੈਂਟ ਜਿੱਤਿਆ ਸੀ ਕਾਰਪੋਰੇਸ਼ਨ। ਉਸ ਤੋਂ ਬਾਅਦ ਮੈਨੂੰ ਫਿਰ 2 ਵਾਰੀ ਪਾਰਟੀ ਤੋਂ ਵੀ ਲੜਿਆ, ਜਿੱਤਿਆ, ਮੈਂ MLA ਵੀ ਬਣਿਆ। ਹੁਣ ਮੇਰਾ ਦਿਲ ਹਟ ਗਿਆ ਜੀ, ਮੈਂ ਇਲੈਕਸ਼ਨ ਨਹੀਂ ਲੜਨਾ ਜੀ। ਇਹ ਨਿਸ਼ਚਿਤ ਹੈ ਕਿ ਮੈਂ ਇਲੈਕਸ਼ਨ ਨਹੀਂ ਲੜਨਾ। ਮੈਂ ਰਾਜਨੀਤੀ ਤੋਂ ਬਿਲਕੁਲ ਮੋਹ ਛੱਡਤਾ। ਮੈਂ ਤੁਹਾਡੇ ਸਮਝ ਲਓ ਆਨਲਾਈਨ ਹੀ ਬੋਲ ਰਿਹਾ, ਇੱਕ ਤਰੀਕੇ ਨਾਲ ਔਨ ਰਿਕਾਰਡ ਬੋਲ ਰਿਹਾ। ਤੁਹਾਨੂੰ ਲੜਨਾ ਚਾਹੀਦਾ, ਤੁਹਾਡੇ ਵਰਗੇ ਲੋਕਾਂ ਨੂੰ ਤਾਂ ਲੜਨਾ ਚਾਹੀਦਾ।
ਕਿਉਂਕਿ ਤੁਸੀਂ ਮੇਰੀ ਨਿੱਜੀ ਰਾਏ ਹੈ, ਤੁਸੀਂ ਹੋ ਸਕਦੇ ਤੁਹਾਡੇ ਨਿੱਜੀ ਰਾਏ ਹੋਵੇ, ਪਰ ਮੇਰੀ ਨਿੱਜੀ ਰਾਏ ਹੈ ਕਿ ਤੁਹਾਡੇ ਵਰਗੇ ਤੁਸੀਂ ਤਾਂ ਲੂਪ ਹੋਲਸ ਦੇਖੇ ਆ ਸਿਸਟਮ ਦੇ, ਤੁਸੀਂ ਸਿਸਟਮ 'ਚ ਆਓਗੇ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਇਹਨਾਂ ਦਾ ਲੂਪ ਹੋਲਸ ਨੂੰ ਖਤਮ ਕਰ ਸਕੋਗੇ। ਦੇਖੋ ਮੈਂ ਇੱਥੇ ਜਿੱਥੇ ਬੈਠਾ ਨਾ, ਇਹ ਬੜੇ ਸੱਚਾ ਦਰਬਾਰ ਹੈ ਜੀ। ਇਹ ਸ਼ਮਸ਼ਾਨ ਘਾਟ ਤੋਂ ਵੱਡੀ ਚੀਜ਼ ਕੋਈ ਨਹੀਂ ਹੈ ਜੀ, ਜਿੱਥੇ ਆ ਕੇ ਚੰਗੇ ਚੰਗੇ ਦਾ ਮਨ ਡੋਲ ਜਾਂਦਾ। ਇੱਥੇ ਹੁਣ ਮੈਂ ਕਰੋਨਾ ਕਾਲ 'ਚ ਲੋਕਾਂ ਦੀ ਗੱਲਾਂ ਸੁਣਨਾ ਨਾ, ਪਰਿਵਾਰ ਅੰਦਰ ਬੈਠੇ ਰਹਿੰਦੇ ਨੇ ਸਾਰਾ ਦਿਨ ਇੱਥੇ ਅਸੀਂ ਖਾਲੀ ਸੰਸਕਾਰ ਨਹੀਂ ਕਰਾ ਰਹੇ, ਅਸੀਂ ਇੱਥੇ 4 ਕੰਮ ਹੋਰ ਕਰ ਰਹੇ ਨਾਲ। ਜਿੰਨੇ ਲੋਕੀ ਆ ਰਹੇ ਨੇ ਸਾਰਿਆਂ ਨੂੰ ਦਿਨ ਦਾ ਭੋਜਨ ਨਾਲ ਪਾਣੀ ਨਾਲ ਕੋਲਡ ਡਰਿੰਕ ਸਾਰਾ ਇੰਤਜ਼ਾਮ ਕਰਾਇਆ ਹੈ ਜੀ। ਇਹਦੇ ਇਲਾਵਾ ਜਿਹੜਾ ਵੀ ਆ ਗਿਆ ਲੱਕੜ ਨਹੀਂ, ਪੈਸੇ ਨਹੀਂ, ਫ੍ਰੀ। ਅਸੀਂ ਅੰਡਰਟੇਕਿੰਗ ਦੇ ਫਾਰਮ ਬਣਾਏ ਹੋਏ ਨੇ, ਬੜੇ ਭਰੋ ਜੀ ਫਾਰਮ, ਫ੍ਰੀ ਕਰਾਓ ਜੀ। ਐਡਾ ਮਾੜਾ ਵਕਤ ਸਾਡੇ 'ਤੇ ਆਇਆ ਜੀ, ਜੇ ਅਸੀਂ ਅੱਜ ਵੀ ਇਹ ਗੱਲਾਂ ਸੋਚਣ ਲੱਗੇ ਕਿ ਪੈਸੇ ਹੈ ਨੇ ਕਿ ਨਹੀਂ ਨੇ, ਫਿਰ ਕਿੱਦਾਂ ਚੱਲੂਗਾ ਸਾਡਾ ਦੇਸ਼। ਤੇ ਇਸ ਕਰਕੇ ਆਪਾਂ ਜਿਹੜਾ ਆਪਣੇ ਕੰਮ ਨੇ ਉਹ ਵੱਧ ਚੜ ਕੇ ਕਰਨੇ ਨੇ, ਅਸੀਂ ਪਿੱਛੇ ਨਹੀਂ ਹਟਣਾ। ਮੈਂ ਲੋਕਾਂ ਕੋਲ ਜਿਹੜੀ ਗੱਲਾਂ ਸੁਣਨਾ ਇੱਥੇ, ਉਹ ਇੱਕੋ ਗੱਲ ਕਹਿੰਦੇ ਨੇ, ਕਹਿੰਦੇ ਯਾਰ शंटी जी राजनीति में मत आना तुम, तुम्हारी हम तुम्हारे दिल से इज्जत करते हैं। पैर छूंदे हैं लोग आके मेरे, मैनू शर्म आ जाती है कि मैं एक बिल्कुल ही बेमुख जहा बंदा, निमाणा जहा बंदा, तुच्छ जहा बंदा, वो 80 साल 70 साल के आके मेरे पैर छूण लग जाएंगे। तुसी वो कई तो यही कहते तुसी शहीद भगत सिंह के परिवार तो, मैं कहा जी परिवार ही समझ लो जी, आप फॉलोवर उन्होंने खून बराबर भी नहीं है। असी जो कुर्बानी शहीद भगत सिंह ने दी, असी खून बराबर नहीं हाँ, लेकिन आइडियल तो हैं साढ़े वो। इस करके मैं मेरा बेटा असी पीली पगड़ी बनने कि साढ़े साढ़े जोड़े संस्कार ने, साढ़े जोड़े दिमाग है, साढ़ा जो सोच है, उदा की बनने की कोशिश तो करिए असी और कर रहे हैं। राजनीति दे विच हुण तुहानूं शायद बड़े ऊपर उठ चुके हो तुसीं राजनीति तो, क्योंकि राजनीति हुण जिहड़े तुसीं काम कर रहे हो बड़ी छोटी चीज़ रह गई है। मैं भी ऑन रिकॉर्ड कहण च मैनूं है कोई शर्म नहीं, क्योंकि बड़ा औखा हुंदा है। आपां भारत दे विच देखदे हां जे किसी दे भी संस्कार ते चले जाइए ना, ਤਾਂ ਘਰ ਆ ਕੇ ਅਸੀਂ ਪਹਿਲੇ ਗੁਰਦੁਆਰੇ ਮੱਥਾ ਟੇਕਦੇ ਆ, ਫਿਰ ਨਹਾਉਂਦੇ ਧੋਂਦੇ ਆ। ਇਹਨਾਂ ਵਹਿਮ ਸਾਨੂੰ ਜਿਹੜਾ ਨਾ ਚੜ ਜਾਂਦਾ ਹੁੰਦਾ ਹੈਗਾ, ਹੈ ਨਾ। ਪਰ ਇੱਕ ਸ਼ਖਸ ਉਹ ਜੋ ਮੇਰੇ ਨਾਲ ਸੱਜੇ ਪਾਸੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਬੈਠਾ ਹੈ, ਇਹ ਦਿਨੇ ਵੀ ਸ਼ਮਸ਼ਾਨ ਘਾਟ ਦੇ ਬਾਹਰ ਟੇਬਲ ਲਾ ਕੇ ਬੈਠਾ ਹੈ, ਰਾਤੀ ਵੀ ਇੱਥੇ ਹੀ ਬੈਠਾ ਮਿਲੇਗਾ। ਕਹਿੰਦੇ ਕਿ ਸੌਂਦਾ ਵੀ ਮੈਂ ਕਿਤੇ ਬਾਹਰ ਜਾ ਕੇ ਲੱਗ ਗਈ, ਇੱਥੇ ਹੀ ਹੁੰਦਾ ਪਾਰਕਿੰਗ ਦੇ ਵਿੱਚ, ਗੱਡੀ ਦੇ ਵਿੱਚ ਉਹ ਸੌਂਦੇ ਨੇ ਪਰਿਵਾਰ ਦੇ ਨਾਲ। ਇੱਥੇ ਇੱਕ ਪਾਸੇ ਪਰਿਵਾਰ ਕਰੋਨਾ ਦੇ ਨਾਲ ਜੂਝ ਰਿਹਾ और दूजे पासे लोगों वास्ते, ताकि लोग ना जूझन कि उन्होंने तकलीफ जी हैगी घट्टो घट, क्योंकि जिंदगी तो चली गई, आखिरी जी एक अंतिम रस्म होंदी, अंतिम संस्कार होंदा, वो चज नाल हो जाए। उस वास्ते जतिंदर सिंह शंटी इत्थे मौजूद ने। अपने बेटे ने तुसी इस तरीके नाल क्यों जोड़िया? अपने तुहानूं पता सीगा कि इन्ना औखा काम सीगा? मैं ज्योतिजीत दे नाल भी कदी गल करांगा इस बारे, ਉਹਦੀ ਭਾਵਨਾ ਉਹ ਹੀ ਦੱਸ ਸਕਦਾ। ਪਰ ਇੱਕ ਪਿਓ ਕਿੱਦਾਂ ਆਪਣੇ ਪੁੱਤਰ ਨੂੰ ਇੱਧਰ ਵੱਲ ਧੱਕ ਸਕਦਾ ਹੈਗਾ ਕਿ ਲੈ ਤੂੰ ਵੀ ਆਹੀ ਕੰਮ ਕਰ? ਐਕਚੁਅਲੀ ਜੋਤਜੀਤ ਸਿੰਘ ਨੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਸ਼ੁਰੂ ਤੋਂ ਹੀ ਸਬਜੈਕਟਿਵ ਲਿਆ। ਉਹਨੇ BSW ਕੀਤੀ ਪਹਿਲਾਂ ਅਮੇਠੀ ਤੋਂ, ਫਿਰ MSW ਕਰਨੀ ਸੀ, ਕਹਿੰਦਾ ਮੈਂ ਲੰਡਨ ਜਾ ਕੇ ਕਰਾਂਗਾ। ਲੰਡਨ ਗਿਆ, ਕਵੈਂਟਰੀ ਜਾ ਕੇ ਉੱਥੇ ਮਾਸਟਰ ਕੀਤੀ ਡਿਗਰੀ, ਫਿਰ ਆ ਕੇ ਚੰਡੀਗੜ੍ਹ ਗੌਰਮੈਂਟ ਲੱਗਾ, ਫਿਰ ਦਿੱਲੀ ਗੌਰਮੈਂਟ ਲੱਗਾ। ਫਿਰ ਉਹ ਕਹਿਣ ਲੱਗਾ ਨਹੀਂ ਮੈਂ ਨੌਕਰੀ ਨਹੀਂ ਕਰਨੀ, ਮੈਂ ਸੇਵਾ ਕਰਨੀ ਹੈ। ਔਰ ਅੱਜ ਦੀ ਡੇਟ ਹੈ ਕਿ ਵੱਡੇ ਵੱਡੇ ਅਫਸਰ ਵੀ, IAS ਅਫਸਰ ਵੀ ਉਹਨੂੰ ਬੁਲਾ ਕੇ ਪੁੱਛਦੇ ਆ ਕਿ ਡਿਜ਼ਾਸਟਰ ਦੇ ਬਾਰੇ ਦੱਸ, ਸਾਨੂੰ ਹੋਰ ਦੱਸ, ਕੁਛ ਲੈਕਚਰ ਦਿੰਦਾ ਉਹ। ਤੇ ਮੈਨੂੰ ਲੱਗਦਾ ਜੇ ਉਹਦਾ ਪੜ੍ਹਿਆ, ਉਹਦਾ ਲਿਖਿਆ ਅੱਜ ਕੌਮ ਦੇ ਕੰਮ ਆ ਜਾਏ, ਅੱਜ ਦੇਸ਼ ਦੇ ਕੰਮ ਆ ਜਾਏ, ਸਮਾਜ ਦੇ ਕੰਮ ਆ ਜਾਏ, ਬਹੁਤ ਵੱਡੀ ਗੱਲ ਹੈ ਜੀ। ਲੱਗਦਾ ਕਿ ਅੱਜ ਜ਼ਰੂਰ ਉਹਦੇ ਦੋਸਤ ਵੀ ਜੇ ਉੱਥੇ ਕਵੈਂਟਰੀਆਂ ਲੰਡਨ ਦੇ ਵਿੱਚ ਇਹ ਪ੍ਰੋਗਰਾਮ ਨੂੰ ਉੱਥੇ ਲਾਈਵ ਜਦੋਂ ਦੇਖਣਗੇ ਸੋ ਮਾਣ ਮਹਿਸੂਸ ਕਰਨਗੇ ਉਸ 'ਤੇ ਵੀ, ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਸੇਵਾ ਹੈਗਾ। ਕਿਉਂਕਿ ਸ਼ਾਇਦ ਉਹ ਸੋਚਦੇ ਹੋਣਗੇ ਕਿ ਅਸੀਂ ਤਾਂ ਡਿਜ਼ਾਸਟਰ ਮੈਨੇਜਮੈਂਟ ਕਰਕੇ ਕਿਤੇ ਹੋਰ ਨਿਕਲੇ, ਕਿਤੇ ਹੋਰ ਨਿਕਲੇ, ਇਹ ਕਿਹੜੇ ਕੰਮਾਂ 'ਚ ਪੈ ਗਿਆ। ਦੇਖੋ ਸਾਨੂੰ ਨਾ ਆਪਣੀ ਕਦੀ ਵੀ ਜ਼ਿੰਦਗੀ ਔਕਾਤ ਨਹੀਂ ਭੁੱਲਣੀ ਚਾਹੀਦੀ। ਮੈਨੂੰ ਯਾਦ ਹੈ ਮੈਂ ਅਜੇ 18-19 ਸਾਲ ਦਾ ਸੀ, ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਅੱਛਾ। ਮੈਂ ਆਪਣਾ ਜੀਵਨ ਬੜਾ ਗਰੀਬੀ 'ਚ ਕੱਢਿਆ। ਮਤਲਬ ਮੈਂ ਆਪਣੇ ਕਾਰੋਬਾਰ ਲਈ ਟਰੱਕ ਦੀ ਛੱਤ 'ਤੇ ਬਹਿ ਕੇ ਦਿੱਲੀ ਤੋਂ ਕਾਨਪੁਰ ਤੱਕ ਮੋਟਰ ਬਾੜ ਵੇਚਣ ਜਾਂਦਾ ਸੀ ਮੈਂ। ਹਾਂ, ਬਹੁਤ ਔਖਾ ਹੋ ਕੇ ਸੋ ਕੇ ਜਾਂਦਾ ਟਰੱਕ 'ਤੇ, ਛੱਤ 'ਤੇ, ਟੂਲ 'ਤੇ। ਫਿਰ ਮੈਂ ਹੌਲੀ ਹੌਲੀ ਕਾਰਾਂ ਦਾ ਬਿਜ਼ਨਸ ਸ਼ੁਰੂ ਕੀਤਾ। ਉਹ ਪੱਟਰੀ 'ਤੇ ਬਹਿ ਕੇ, ਕੋਈ ਦੁਕਾਨ ਨਹੀਂ ਸੀ ਮੇਰੇ ਕੋਲ, ਬਿਲਕੁਲ ਫੁੱਟਪਾਥ 'ਤੇ ਕੰਮ ਸ਼ੁਰੂ ਕੀਤਾ। ਅੱਛਾ। ਬਿਲਕੁਲ ਫੁੱਟਪਾਥ ਤੋਂ 1989 'ਚ ਸ਼ੁਰੂ ਕਰਤਾ ਮੈਂ। ਉਹ ਫਿਰ ਵਾਹਿਗੁਰੂ ਨੇ ਬਖਸ਼ਿਸ਼ ਕਰਤੀ, ਕੰਮ ਮੇਰਾ ਚੱਲ ਗਿਆ, ਇੱਜ਼ਤ ਨਾਲ ਟੋਰ ਬਣ ਗਈ। ਮੁੜ ਕੇ ਮੈਂ ਕੰਮ ਨੂੰ ਹੋਰ ਵਧਾਇਆ, ਆਪਣੇ ਅੱਛੇ ਤਰੀਕੇ ਨਾਲ ਕੰਮ ਵਧਾਇਆ। ਕਰਦੇ 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 ਫਿਰ ਸੇਵਾ ਦਲ ਦੇ ਦਿਮਾਗ 'ਚ ਆ ਗਿਆ। ਜਦੋਂ ਮੈਂ ਦਿੱਲੀ ਦੇ ਇੱਕ ਸ਼ਮਸ਼ਾਨ ਘਾਟ 'ਤੇ ਗਰੀਬ ਬੰਦੇ ਨੂੰ ਲੋਕਾਂ ਦੀਆਂ ਸੜੀਆਂ ਹੋਈਆਂ ਲੱਕੜੀਆਂ ਚੁੱਕ ਕੇ ਇਕੱਠੇ ਕਰਦੇ ਦੇਖਿਆ,
ਮੈਂ ਕਿਹਾ ਕੀ ਕਰ ਰਹੇ ਆ? ਕਹਿੰਦਾ ਮੇਰਾ ਬੱਚਾ ਮਰ ਗਿਆ ਜੀ, ਮੈਂ ਲੱਕੜਾਂ ਇਕੱਠੀਆਂ ਕਰਕੇ ਜਲਾਣੀਆਂ ਨੇ। ਓਏ ਹੋਏ, ਮੈਂ ਕਿਹਾ ਯਾਰ ਦਿੱਲੀ ਵਰਗਾ ਸ਼ਹਿਰ, ਕਰੋੜਾਂ ਰੁਪਏ ਦੇ ਫਲੈਟ 'ਚ ਰਹਿੰਦੇ ਲੋਕੀ, ਕਰੋੜਾਂ ਦੀ ਗੱਡੀ, ਕਰੋੜਾਂ ਦੇ ਵਿਆਹ ਕਰਦੇ ਨੇ ਯਾਰ। ਉੱਥੇ ਇੱਕ ਬੰਦਾ ਮਤਲਬ ਆਪਣੇ ਬੱਚੇ ਦਾ ਵਿਆਹ ਨਹੀਂ ਆਪਣਾ ਸੌਰੀ ਇੱਕ ਬੰਦਾ ਆਪਣੇ ਸੰਸਕਾਰ ਨਹੀਂ ਕਰ ਸਕਦਾ ਬੱਚੇ ਦਾ। ਮੇਰਾ ਉੱਥੇ ਰੋਣਾ ਨਿਕਲ ਗਿਆ ਜੀ। ਮੈਂ ਆਪਣੇ ਦੋਸਤਾਂ ਨੂੰ ਕਿਹਾ, ਮੈਂ ਕਿਹਾ ਵੀਰ ਅੱਜ ਤੇ ਦਾ ਸੰਸਕਾਰ ਕਰਾ ਦਿਓ, ਬਹਿ ਕੇ ਆਪਾਂ ਇੱਕ ਮੀਟਿੰਗ ਕਰੀਏ ਕਿ ਕਿਉਂ ਨਾ ਆਪਾਂ ਇੱਕ ਵਾਰੀ ਸੰਸਥਾ ਬਣਾਈ ਹੈ, ਜਿਹੜੀ ਸੰਸਥਾ ਜਿਹੜੀ ਆ ਉਹ ਇਹੋ ਕੰਮ ਕਰੇ। ਅਸੀਂ ਫਿਰ ਦਾਹ ਸੰਸਕਾਰ ਦਾ ਕੰਮ ਸ਼ੁਰੂ ਕੀਤਾ, ਫਿਰ ਐਂਬੂਲੈਂਸ ਦਾ ਕੀਤਾ, ਫਿਰ ਸ਼ਵ ਵਾਹਨ ਦਾ ਕੀਤਾ, ਫਿਰ ਬਲੱਡ ਡੋਨੇਸ਼ਨ ਦਾ ਕੀਤਾ। ਵੱਧਦੇ ਚਲੇ ਗਏ ਕੰਮ। 45,000 ਆਪਾਂ ਢੋ ਦਿੱਤੇ ਆਪਣਾ ਡੈਡ ਬੋਡੀਜ਼, 45,000 40,000 ਹੁਣ ਤੱਕ ਆਪਣੀ ਜ਼ਿੰਦਗੀ। ਇਸ ਕਰ ਕਿੰਨੇ ਸਾਲਾਂ ਤੋਂ ਲੱਗੇ? 95 ਤੋਂ 25 ਸਾਲ ਹੋ ਗਏ। 1995 ਤੋਂ। ਹਾਂ, ਸਾਰਾ ਬਾਬਾ ਜੀ ਨੇ ਬੜੀ ਕਿਰਪਾ ਕੀਤੀ। ਮੇਰਾ ਬਲੱਡ ਡੋਨੇਸ਼ਨ 'ਚ ਮੇਰੀ ਸੈਂਚੁਰੀ ਹੋ ਗਈ, ਵਰਲਡ ਬੁੱਕ 'ਚ ਰਿਕਾਰਡ ਆ ਗਿਆ। ਦੱਸਣਾ ਚਾਹਾਂਗਾ ਸੰਗਤ ਨੂੰ ਇਹ ਗੱਲ, ਮਾਫ ਕਰਨਾ ਮੈਂ ਦੱਸਣੀ ਰਹਿ ਗਈ ਸੀਗੀ ਕਿ ਜਿਹੜਾ ਕਿ ਡੋਨਰ ਸਿੰਘ ਦੇ ਨਾਮ ਤੋਂ ਵੀ ਜਿਹੜਾ ਹੈਗਾ ਜਤਿੰਦਰ ਸਿੰਘ ਸ਼ੰਟੀ ਨੂੰ ਸੰਬੋਧਨ ਕੀਤਾ ਜਾਂਦਾ ਹੈ, ਕਿਉਂਕਿ 100 ਤੋਂ ਵੱਧ ਵਾਰ ਇਹਨਾਂ ਨੇ ਬਲੱਡ ਡੋਨੇਸ਼ਨ ਦੇ ਵਿੱਚ ਵੀ ਆਪਣਾ ਸਹਿਯੋਗ ਦਿੱਤਾ ਹੈ। 100 ਤੋਂ ਵੱਧ ਇਹਨਾਂ ਨੇ ਬਲੱਡ ਡੋਨੇਸ਼ਨ ਕੀਤੇ। ਔਰ ਡੋਨਰ ਸਿੰਘ ਸ਼ਾਇਦ ਮੈਨੂੰ ਲੱਗਦਾ ਕਿ ਤੁਹਾਨੂੰ ਕਿਹਾ ਜਾਂਦਾ ਹੈਗਾ। ਉਹਨੂੰ ਨੈਸ਼ਨਲ ਬਲੱਡ ਟ੍ਰਾਂਸਫਿਊਜ਼ਨ ਕਾਉਂਸਲ, ਦਿੱਲੀ ਸਟੇਟ ਬਲੱਡ ਟ੍ਰਾਂਸਫਿਊਜ਼ਨ ਕਾਉਂਸਲ ਅਤੇ ਵਰਲਡ ਬੁੱਕ ਆਫ ਰਿਕਾਰਡ ਵਾਲਿਆਂ ਨੇ ਮੈਨੂੰ ਸਨਮਾਨ ਦਿੱਤਾ। ਦਿੱਲੀ 'ਚ ਮੈਰੀਡੀਅਨ ਹੋਟਲ ਬੁਲਾ ਕੇ ਬਾਬਾ ਜੀ ਦੀ ਬੜੀ ਕਿਰਪਾ ਹੋਈ। ਔਰ 80 ਸਾਲ ਜਦੋਂ ਪਦਮ ਸ਼੍ਰੀ ਮਿਲਿਆ, ਉਸ ਤੋਂ 1 ਮਹੀਨੇ ਬਾਅਦ ਮੈਨੂੰ ਫਰਾਂਸ ਯੂਨੀਵਰਸਿਟੀ ਨੇ ਡਾਕਟਰੇਟ ਦੀ ਉਪਾਧੀ ਸੇ ਮੇਰਾ ਨਾਮ ਨੋਮੀਨੇਟ ਕਰ ਦਿੱਤਾ ਹੈ। PhD ਇਨ ਸੋਸ਼ਲ ਵਰਕ ਐਂਡ ਡਿਜ਼ਾਸਟਰ। ਉਹ 9 ਮਈ ਨੂੰ ਫੰਕਸ਼ਨ ਹੈ ਦਿੱਲੀ ਦੇ ਵਿੱਚ, ਜੇ ਮਾਹੌਲ ਠੀਕ ਰਿਹਾ ਤੇ ਮੈਨੂੰ ਤੇ ਮੇਰੇ ਬੇਟੇ ਜੋਤ ਜੀ ਦੋਨਾਂ ਡਾਕਟਰ ਦੇ ਰਿਹਾ ਇਨ ਸੋਸ਼ਲ ਐਂਡ ਡਿਜ਼ਾਸਟਰ ਮੈਨੇਜਮੈਂਟ ਵਿੱਚ। ਬਾਲੀਵੁੱਡ ਤੋਂ ਵੀ ਬੜੇ ਸਨਮਾਨ ਮਿਲੇ। ਮੈਨੂੰ IT ਅਵਾਰਡ ਵਾਸਤੇ ਬੰਬੇ ਬੁਲਾਇਆ ਗਿਆ, ਇੰਡੀਅਨ ਟੈਲੀਵਿਜ਼ਨ ਅਵਾਰਡ ਸੋਨੀ ਵਾਲਿਆਂ ਨੇ, ਜਦ ਕਿ ਉਹਨਾਂ ਕੋਲ ਹਿੰਦੁਸਤਾਨ ਤੋਂ 1 ਕਰੋੜ ਨੋਮੀਨੇਸ਼ਨ ਸੀ, 1 ਕਰੋੜ ਤੋਂ ਜ਼ਿਆਦਾ ਸੀ। ਪਰ ਅਸੀਂ ਤਾਂ ਨਹੀਂ ਖੈਰ ਨੋਮੀਨੇਸ਼ਨ ਕੀਤਾ ਸੀ, ਲੇਕਿਨ ਉਹਨਾਂ ਨੇ ਆਪੇ ਬੁਲਾਇਆ ਸਾਨੂੰ, ਮੈਨੂੰ ਤੇ ਬੇਟੇ ਨੂੰ, ਤੇ ਸਾਨੂੰ ਪੂਰਾ ਮਾਨ ਸਨਮਾਨ ਦਿੱਤਾ ਉਹਨਾਂ ਨੇ। ਸਾਰੇ ਬਾਲੀਵੁੱਡ ਦੇ ਸਾਹਮਣੇ ਦੁਨੀਆ ਨੇ ਦੇਖਿਆ ਜੀ ਉਹ ਮਾਨ ਸਨਮਾਨ। ਸਾਡੇ ਵਾਸਤੇ ਵੀ ਖੁਰਾਕ ਹੈ ਜੀ। ਕੋਈ ਬੱਚਾ ਕੰਮ ਕਰ ਰਿਹਾ, ਸਿਰ ਤੇ ਥਾਪੜਾ ਕੇ ਰੱਖ ਦੇਵੇ ਤਾਂ ਖੁਸ਼ੀ ਜੀ ਹੋ ਜਾਂਦੀ ਆ ਮੈਨੂੰ। ਇੱਕ ਕਲਾਕਾਰ ਜਦੋਂ ਕਲਾਕਾਰ ਆਪਣੀ ਤੋਂ ਪਰਫਾਰਮੈਂਸ ਦੇ ਰਿਹਾ ਹੋਵੇ, ਉਹਦੇ ਵਾਸਤੇ ਉਹਦੀ ਖੁਰਾਕ ਤਾਲੀਆਂ। ਤੇ ਜੇ ਕੋਈ ਇੱਕ ਨੇਕ ਦਿਲ ਇਨਸਾਨ ਸਮਾਜ ਸੇਵਾ ਕਰ ਰਿਹਾ ਹੋਵੇ, ਉਹਦੇ ਵਾਸਤੇ ਜੋ ਪਿੱਠ ਤੇ ਕੋਈ ਥਪਥਪਾ ਦੇਵੇ ਨਾ ਆ ਕੇ, ਸੋ ਮੈਨੂੰ ਲੱਗਦਾ ਉਹੀ ਉਹਦੇ ਵਾਸਤੇ ਖੁਰਾਕ ਹੈ। ਭਾਵੇਂ ਸਵੇਰ ਦਾ ਤੁਸੀਂ ਕੁਝ ਖਾਦਾ ਹੋਵੇ ਨਾ ਖਾਦਾ ਹੋਵੇ, ਕਿਉਂਕਿ ਮੈਂ ਤੁਹਾਨੂੰ ਦੱਸਦਾ ਤਕਰੀਬਨ 5 ਵਜੇ ਦਾ ਸਮਾਂ ਹੈ ਔਰ ਖਾਣਾ ਇਹਨਾਂ ਦਾ ਪਿਆ ਹੋਇਆ, ਤੇ ਮੈਨੂੰ ਲੱਗਦਾ ਹਜੇ ਤੱਕ ਇਹਨਾਂ ਨੇ ਖਾਦਾ ਨਹੀਂ। ਇਦਾਂ ਹੀ 2 ਖਾਣੇ ਇਹਨਾਂ ਦੇ ਇਦਾਂ ਹੀ ਪਏ ਹੋਏ ਆ, ਪੈਕਡ ਨੇ। 5 ਵਜੇ ਦਾ ਸਮਾਂ ਹੈ ਸੰਗਤ ਜੀ, ਔਰ ਹਜੇ ਤੱਕ ਉਹ ਵੀ ਇਹਨਾਂ ਨੇ ਖਾਦਾ ਨਹੀਂ ਹੈਗਾ। ਕਿਉਂ ਐਸਾ ਕਿਉਂ ਹੋ ਜਾਂਦਾ ਹੈ? ਖਾਣੇ ਨਾਲ ਕੀ ਨਾਰਾਜ਼ਗੀ ਹੈ? ਇਹ ਮੇਰੀ ਇੱਛਾ ਹੀ ਨਹੀਂ ਕਰਦੀ। ਮਤਲਬ ਮੈਂ 15-20 ਦਿਨ ਤੋਂ ਮੈਂ ਲੰਚ ਕਰਦਾ ਹੀ ਨਹੀਂ ਜੀ। ਮੈਂ ਸਵੇਰੇ ਕੁਛ ਹਲਕਾ ਫੂਡ ਖਾ ਲੈਣਾ ਜਾਂ ਫਰੂਟ ਖਾ ਲੈਣਾ, ਸਾਰਾ ਦਿਨ ਪਾਣੀ ਪੀਂਦਾ ਰਹਿਣਾ ਜਾਂ ਨਿੰਬੂ ਪਾਣੀ ਪੀ ਲਿਆ। ਮਤਲਬ ਇੱਥੇ ਮੈਂ ਜੋ ਦੇਖਣਾ ਨਾ ਜੀ ਹਾਲਾਤ। ਇੱਕ ਬੇਟੀ ਆਈ ਮੇਰੇ ਕੋਲ 4 दिन पहले, कहती है अंकल संस्कार कितनी देर में होता है यहाँ पे? मैं कहा बेटा 2-3 घंटे लग जाते। कहती अंकल जल्दी करा दो। मैं कहा बेटा की गल जल्दी कर दी है? कहती नहीं मेरे पापा की डेथ हो गई है। मैं कहा बॉडी लिया? कहती बॉडी तो मेरी कार में पड़ी है। मैं क्या कार में? कहती हाँ मैं ना कल रात शाम से घूम रही हूँ लेके कहीं इलाज कराने के लिए, कोई इलाज ही नहीं मिला उनको, ये नहीं मिली, ऑक्सीजन नहीं मिली, दाखिला नहीं मिला, डेथ हो गई। अब सुबह से कार में घूम रही हूँ, 6 शमशान घाट पे होकर 8-8 घंटे की वेटिंग है। इस करके मैं तो संस्कार कार में ले जी, कार च गड्डी बड़ी में। एक परसों सवेरे मैंने अमरीका तो फोन आया 6 बजे कि साड़ी बेटी जी है जी अपने सोहरे में लैके मैक्स हॉस्पिटल खड़ी है, टैक्सी ते ओला च वो मर गए जी कार च ही, उन्होंने भी दाखिल नहीं किया। कहते जी वो वापस भी नहीं जा सकती, घर कोई नहीं है, किमें करिए? मैं क्या उनको फटोफट इतने लिया, मैं उधरों चलिया उधरों आए संस्कार किया इतने, क्योंकि कार चाहिए बॉडी जी। तो मैं जो देख रहा हूँ ना जी बस बहुत बुरा हालात है। इतने बच्चे जनानियाँ कुड़ियाँ छोटे छोटे मुंडे नौजवान जो सारे बेमौत मरे हैं जी दिल्ली के, और जिन्होंने इलाज नहीं मिले, ऑक्सीजन नहीं मिली। और सब तो बड़ी गल घर च मरे पे ने, कोई पता ही नहीं, कोई 3 दिन तो पिया, कोई 4 दिन तो पिया। बहुत माड़ा हाल है जी। आंटी जी एक बार अपने हाथ दोनों इदा चक के दिखा दियो, मैं सामने स्क्रीन ते मैं कैमरामैन नूं कहांगा कि इन्हां दे हाथ जरूर एक बार इस तरह चक दियो जी ऊपर।
ਜੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਜ਼ੂਮ ਕਰਕੇ ਦਿਖਾਵੇ ਸਹੀ ਕਿ ਗਲਵਸ ਪਾ ਕੇ ਕਿਸ ਤਰੀਕੇ ਗਲੇ ਪਏ ਨੇ ਹੱਥ ਸੈਨੀਟਾਈਜ਼ਰ ਲਗਾ ਕੇ ਹੋਰ ਗਲਵਸ ਪਾ ਕੇ, ਔਰ ਮੈਨੂੰ ਲੱਗਦਾ ਅੰਦਰ ਵੀ ਜੋ ਪੀਪੀ ਕਿਟ ਵੀ ਇਹਨਾਂ ਨੇ ਭਾਵੇਂ ਪਾਈ ਹੈ, ਬੜਾ ਔਖਾ ਹੈ ਇੰਨਾ ਪਸੀਨਾ। ਹੋਰ ਜੇ ਦਿੱਲੀ ਦਾ ਟੈਂਪਰੇਚਰ ਤਕਰੀਬਨ ਮੈਨੂੰ ਲੱਗਦਾ ਕਿ ਅਪ੍ਰੈਲ ਮਈ ਦੀ ਸਭ ਤੋਂ ਜ਼ਿਆਦਾ ਜੂਨ ਦੀ ਗਰਮੀ ਹੁੰਦੀ ਹੈ, ਔਰ ਮਈ ਦੇ ਵਿੱਚ ਅਸੀਂ ਆ ਗਏ ਇੰਨੀ ਗਰਮੀ ਦੇ ਵਿੱਚ ਪੀਪੀ ਕਿਟ ਪਾਣਾ, ਫਿਰ ਉਸ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਇੰਨੀਆਂ ਲਾਸ਼ਾਂ ਦਾ ਸੰਸਕਾਰ ਹੋ ਰਿਹਾ ਹੋਵੇ, ਉੱਥੇ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਕਿੰਨਾ ਟੈਂਪਰੇਚਰ ਹੋਏਗਾ। ਸੋ ਇਸ ਟੈਂਪਰੇਚਰ ਦੇ ਵਿੱਚ ਜੇ ਕੰਮ ਕੀਤਾ ਜਾ ਰਿਹਾ, ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਲੋਕਾਂ ਦੇ ਵਾਸਤੇ, ਤਾਂ ਕਿ ਕੋਈ ਜਿਹੜਾ ਹੈਗਾ ਅੰਤਿਮ ਸੰਸਕਾਰ ਉਹਦਾ ਸਹੀ ਤਰੀਕੇ ਹੋ ਸਕੇ। ਸ਼ੰਟੀ ਜੀ, ਅਖੀਰ ਦੇ ਵਿੱਚ ਮੈਂ ਜੋ ਜ਼ਰੂਰ ਸਿਰਫ ਜਿਹੜਾ ਹੈ ਕਿਉਂਕਿ ਬਹੁਤ ਕੁਝ ਹੈਗਾ ਤੁਹਾਡੇ ਕੋਲ ਗੱਲਬਾਤ ਕਰਨ ਦੇ, ਫਿਰ ਵੀ ਜਾਣਨਾ ਚਾਹਾਂਗਾ ਕਿ ਕਿਸ ਤਰੀਕੇ ਜਿੱਥੇ ਆਹੂਤੀਆਂ ਲਾਸ਼ਾਂ ਦੀਆਂ ਲੱਗ ਰਹੀਆਂ, ਰਿਸ਼ਤੇ ਦੀਆਂ ਆਹੂਤੀਆਂ ਵੀ ਤੁਸੀਂ ਲੱਗੀਆਂ ਦੇਖੀਆਂ ਹੋਣਗੀਆਂ, ਕੋਈ ਐਸਾ ਕੋਈ ਵਕਫਾ ਕੋਈ ਸਾਂਝਾ ਕਰ ਸਕੇ? ਕਿਉਂਕਿ ਕਈ ਲੋਕਾਂ ਨੇ ਤਾਂ ਇਹ ਵੀ ਕਹਿਤਾ ਕਿ ਭਾਈ ਬੋਡੀ ਆਪੇ ਲੈ ਜਾਓ, ਸਾਡੇ ਕੋਲ ਆਉਣ ਦਾ ਵੀ ਟਾਈਮ ਨਹੀਂ। ਕਈ ਲੋਕੀ ਤਾਂ ਵੀਡੀਓ ਕਾਲ ਤੇ ਸੰਸਕਾਰ ਕਰਦੇ ਹੋਏ ਵੀ ਦੇਖੇ ਗਏ। ਅੱਜ ਵੀ ਕੀਤੇ 2 ਮੈਂ ਇਹੋ ਜਿਹੇ 250 ਤੋਂ ਜ਼ਿਆਦਾ ਕਰ ਚੁੱਕਾ ਮੈਂ ਇਹੋ ਜਿਹੇ ਫਾਰਮ। ਕਿਉਂ, ਕੀ ਹੋ ਗਿਆ? ਮੂੰਹ ਕਿਉਂ ਛੱਡ ਆਉਂਦੇ ਨਹੀਂ ਜੀ ਲੋਕੀ, ਬਿਲਕੁਲ ਆਉਣਾ ਛੱਡ ਗਏ ਜੀ। ਕਈ ਤੇ ਉਹਨਾਂ ਤੋਂ ਇੰਨਾ ਡਰ ਕਹਿ ਲਓ, ਬੇਸ਼ਰਮੀ ਕਹਿ ਲਓ, ਕੀ ਕਹਿ ਲਾ ਮੈਂ ਉਹਨੂੰ, ਜਲਾਲਤ ਕਹਿ ਲਓ। ਕਹਿੰਦੇ ਕੀ ਹੈ? ਕੋਈ ਤਾਂ ਕਹਿੰਦਾ ਜੀ ਅਸੀਂ ਖੁਦ ਕੁਆਰੰਟਾਈਨ ਆ, ਚਲੋ ਜੈਨੂਇਨ ਗੱਲ ਹੈ। ਕਈ ਕਹਿੰਦੇ ਜੀ ਸਾਡੀ ਹਿੰਮਤ ਨਹੀਂ ਪੈ ਰਹੀ, ਕੋਈ ਕਹਿੰਦਾ ਮੈਨੂੰ ਸ਼ੂਗਰ ਹੈ ਫਲਾਣਾ, ਚਲੋ ਜੀ ਅਸੀਂ ਕਰ ਦਿੰਦੇ ਹਾਂ। ਲੇਕਿਨ ਮੈਂ ਇਹੀ ਕਹਾਂਗਾ ਸਾਧ ਸੰਗਤ ਨੂੰ ਕਿ ਤੁਸੀਂ ਅਰਦਾਸ ਕਰੋ ਕਿ ਇੱਕ ਤਾਂ ਸਾਡੇ ਪਰਿਵਾਰ 'ਚ ਸੁੱਖ ਰਵੇ, ਮੇਰਾ ਪੂਰਾ ਸਟਾਫ ਠੀਕ ਹੋਵੇ, ਮੇਰਾ ਪਰਿਵਾਰ ਠੀਕ ਹੋਵੇ, ਔਰ ਹੋ ਜਾਏਗਾ ਠੀਕ। ਮੈਨੂੰ ਪੂਰਾ ਭਰੋਸਾ ਇਸ ਗੱਲ ਦਾ, ਕਿਉਂਕਿ ਗੁਰੂ ਤੇਗ ਬਹਾਦਰ ਸਾਨੂੰ ਜੇ ਇਸ ਕੰਮ ਲਾਇਆ ਨਾ, ਉਹੀ ਸਾਨੂੰ ਸ਼ਕਤੀ ਦੇਣਗੇ। ਔਰ ਮੈਂ ਬਿਲਕੁਲ ਠੀਕ ਹਾਂ ਇੱਕਦਮ, ਔਰ ਬਿਲਕੁਲ ਹਰ ਦਮ ਤੱਕ ਮੈਂ ਕੰਮ ਕਰਾਂਗਾ, ਡਟ ਕੇ ਕੰਮ ਕਰਾਂਗਾ। ਔਰ ਮੈਂ ਸਾਧ ਸੰਗਤ ਦਾ ਧੰਨਵਾਦ ਕਰਨਾ ਕਿ ਮੈਂ ਇੱਕ ਅਪੀਲ ਕੀਤੀ ਸੀ, ਲੱਕੜ ਦੀ ਢੇਰ ਲਾਤਾ, ਮੈਂ ਇੱਕ ਐਂਬੂਲੈਂਸ ਦੀ ਅਪੀਲ ਕੀਤੀ, ਬਹੁਤ ਫੋਨ ਆ ਗਏ ਜੀ, ਗੱਡੀਆਂ ਵੀ ਆ ਗਈਆਂ। ਤੇ ਮੈਂ ਤੁਸੀਂ ਜੋ ਵੀ, ਕਈ ਬੰਦੇ ਮੈਨੂੰ ਇਹ ਗੱਲ ਕਹਿੰਦੇ ਵੀ ਨੇ ਕਿ ਯਾਰ ਅਸੀਂ ਤੁਹਾਨੂੰ ਵੇਟ ਕਰਦੇ ਨੇ, ਤੁਹਾਨੂੰ ਫੋਨ ਦਾ ਜਵਾਬ ਨਹੀਂ ਦਿੰਦੇ, WhatsApp ਨਹੀਂ ਕਰਦੇ। ਮੈਂ ਕਿਹਾ ਜੀ ਉਹ ਕੁਝ NGO ਹੋਰ ਟਾਈਪ ਦੀ ਹੁੰਦੀ, ਸਾਰਾ ਜੋ WhatsApp ਦੀ ਕੰਮ ਕਰਦੀਆਂ ਨੇ, ਅਸੀਂ ਫੀਲਡ 'ਚ ਕੰਮ ਕਰਨੇ ਆ। ਸਾਡੇ ਤੁਸੀਂ ਪੈਰਾਂ ਦਾ ਹਾਲ ਦੇਖ ਲਓ, ਇਹ ਦੇਖੋ ਮੇਰੇ ਪੈਰਾਂ ਦਾ ਹਾਲ ਦੇਖੋ। ਪੈਰਾਂ ਦੇ ਵਿੱਚ ਵੀ ਪੀਪੀ ਕਿਟ ਪਾ ਕੇ ਹੀ ਫਿਰਦੇ ਨੇ, ਇਹ ਲਾਸ਼ਾਂ ਦੇ ਢੇਰ ਦੇ ਵਿੱਚ। ਇਹ ਹਾਲਾਤ ਨੇ, ਇਹ ਅਸਲੀ ਹਕੀਕਤ ਨੇ, ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ। ਜਿਹੜਾ ਜੁੜਨਾ ਚਾਹੁੰਦੇ ਨੇ ਸ਼ਹੀਦ ਭਗਤ ਸਿੰਘ ਸੇਵਾ ਦਲ ਨਾਲ, ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੇ ਨੇ, ਮੇਰਾ WhatsApp ਨੰਬਰ ਹੈ 8750074433 8750674433। ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜੇ ਕਿਸੇ ਨੇ ਕੋਈ ਲੱਕੜ ਦੀ ਸੇਵਾ ਕਰਨੀ ਹੈ, ਗੱਡੀ ਦੀ ਸੇਵਾ ਕਰਨੀ ਹੈ, ਲਾਸ਼ਾਂ ਦੀ ਕੋਈ ਸੇਵਾ ਕਰਨੀ ਹੈ, ਜਾਂ ਫਿਜ਼ੀਕਲੀ ਕਈ ਮੈਂ ਕੁਝ ਐਸੇ ਵੀ ਬੰਦੇ ਆਏ ਨੇ ਮੇਰੇ ਕੋਲ, ਕਹਿੰਦੇ ਸੀ ਤੁਹਾਡੇ ਨਾਲ ਲਾਸ਼ ਚੁੱਕਣ ਨਾਲ ਜਾਵਾਂਗੇ। ਅੱਜ ਇੱਕ ਕੁੜੀ ਆਈ ਸੀ, ਕਹਿੰਦੀ ਅੰਕਲ ਮੈਂ ਤੁਹਾਡੇ ਨਾਲ ਲਾਸ਼ਾਂ ਚੁੱਕਣੀਆਂ ਨੇ। ਹਾਂ, ਮੈਂ ਹੈਰਾਨ ਹੋ ਗਿਆ। ਫਿਰ ਉਹਨੇ 2 ਬੋਡੀਆਂ ਕ੍ਰੀਮੇਟ ਵੀ ਕਰਾਤੀਆਂ ਨੇ ਫਟਾਫਟ ਨਾਲ ਲੱਗ ਕੇ। ਮੈਂ ਕਿਹਾ ਡਰੀ ਨਹੀਂ ਬਿਲਕੁਲ ਹੀ। ਕਹਿੰਦੀ ਮੈंने ਆਪਣੇ ਪਾਪਾ ਕੀ ਵੀ ਕਰੀ ਸੀ, ਮੈਂ ਡਰੀ ਨਹੀਂ ਹਾਂ। ਕਮਾਲ ਹੋ ਗਈ ਹੈ। ਤੇ ਅਗਰ ਤੁਸੀਂ ਵੀ ਕੋਈ ਸੇਵਾ ਕਰਨਾ ਚਾਹੁੰਦੇ ਹੋ, ਕਿਉਂਕਿ ਇਹ ਜ਼ਿੰਦਗੀ 'ਚ ਮੌਕਾ ਦੁਬਾਰਾ ਨਹੀਂ ਜੇ ਮਿਲਣਾ, ਇਹ ਤੁਹਾਨੂੰ ਦੱਸਦਾ ਮੈਂ ਤੁਹਾਨੂੰ। ਅਸੀਂ ਕਹਿੰਦੇ ਨਾ, ਅਸੀਂ ਜਿਵੇਂ ਫਲਾਣੀ ਕਾਰ ਸੇਵਾ ਕੀਤੀ ਸੀ ਜੀ, ਫਲਾਣੀ ਸੇਵਾ ਕੀਤੀ ਸੀ ਜੀ, ਇਹ ਸੇਵਾ ਵੀ ਦੁਬਾਰਾ ਨਹੀਂ ਜੇ ਲੱਭਣੀ। ਮੈਂ ਤੁਹਾਨੂੰ ਦੱਸਦਾ, ਇਹ ਪਤਾ ਨਹੀਂ ਮਹਾਰਾਜ ਜੀ ਕਰਾ ਰਿਹਾ ਜੋ ਕਰਾ ਰਿਹਾ। ਔਰ ਜਿਹੜੇ ਬਚ ਗਏ ਉਹ ਵੀ ਭਾਗਾ ਲਿਆਉਣਗੇ। ਜੋ ਔਖੀ ਘੜੀ ਚੱਲ ਰਹੀ ਹੈ ਨਾ ਇਸ ਵੇਲੇ, ਬਹੁਤ ਔਖੀ ਹੈ। ਮੈਂ ਦੱਸਦਾ, ਪਿਛਲੀ ਵਾਰ ਜਦੋਂ ਆਇਆ ਸੀ ਬਜ਼ੁਰਗ ਗਏ ਸੀ, ਹੁਣ ਜਵਾਨ ਜਾ ਰਹੇ ਨੇ। ਪਿਛਲੀ ਵਾਰ ਲੋਕੀ 20 ਦਿਨ 'ਚ ਜਾਂਦੇ ਸੀ, ਹੁਣ 2 ਦਿਨ 'ਚ ਜਾ ਰਹੇ ਨੇ। ਇਹ ਛਾਤੀ ਪਕੜੀ ਗਈ ਹੈ, ਬਹੁਤ ਤਕੜਾ ਵਾਇਰਸ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਇਸ ਯੱਗ ਦੇ ਵਿੱਚ ਤੁਸੀਂ ਵੀ ਆਹੁਤੀ ਪਾਓ ਆਪਣੀ। ਬਿਲਕੁਲ ਜਤਿੰਦਰ ਸਿੰਘ ਸ਼ੰਟੀ ਨਾਲ ਮੌਜੂਦ ਸੀਗੇ ਔਰ ਸੇਵਾਵਾਂ ਕਰ ਰਹੇ ਨੇ। ਮੈਂ ਜ਼ਿਆਦਾ ਸਮਾਂ ਨਹੀਂ ਲਾਂਗਾ ਕਿਉਂਕਿ ਬਹੁਤ ਸਾਰੀਆਂ ਮੈਂ ਕਹਿ ਸਕਦਾ ਕਿ ਐਂਬੂਲੈਂਸ ਦੇ ਵਿੱਚ ਇਹਨਾਂ ਕੋਲ ਅਗਲੀ ਲਾਸ਼ਾਂ ਦਾ ਜੋ ਢੇਰ ਇੱਥੇ ਲੱਗਿਆ ਹੋਇਆ ਔਰ ਜੈਨੂਇਨਲੀ ਲੱਗਿਆ ਹੋਇਆ। ਸੋ ਉਹਨਾਂ ਦੇ ਸੰਸਕਾਰ ਵਾਸਤੇ ਫਿਰ ਇਹਨਾਂ ਨੇ ਡਟਣਾ ਹੈਗਾ। ਇਹਨਾਂ ਦੇ ਬੇਟੇ ਜੋਤ ਜੀ ਜਲਦੀ ਹੀ ਦੁਆ ਕਰਾਂਗੇ ਕਿ ਠੀਕ ਹੋਣ ਔਰ ਉਹਨਾਂ ਦੇ ਨਾਲ ਵੀ ਅਸੀਂ ਜਲਦੀ ਤੋਂ ਗੱਲਬਾਤ ਕਰਾਂਗੇ। ਸ਼ੰਟੀ ਜੀ ਫਿਰ ਇੱਕ ਵਾਰੀ ਦਿਲ ਤੋਂ ਤੁਹਾਨੂੰ ਸਲੂਟ ਕਰਦੇ ਹਾਂ ਕਾਲ ਚੈਨਲ ਵੱਲੋਂ ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਪਰਿਵਾਰ ਜਲਦੀ ਸਿਹਤਯਾਬੀ ਹੋਵੇ ਔਰ ਤੁਸੀਂ ਵੀ ਤੰਦਰੁਸਤ, ਹਮੇਸ਼ਾ ਤੰਦਰੁਸਤ ਡਟੇ ਰਹੋ ਔਰ ਲੋਕਾਂ ਦੀ ਸੇਵਾ ਕਰੋ। ਠੀਕ ਵੀ ਹੋਏਗਾ ਔਰ ਸੇਵਾ ਵਿੱਚ ਵੀ ਡਟਿਆ ਰਹੇਗਾ। ਔਰ ਮੈਂ ਤੇ ਬਿਲਕੁਲ ਦਿਲੋਂ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਨੇ ਮੇਰੇ ਤੇ ਪੂਰੀ ਬਖਸ਼ਿਸ਼ ਕੀਤੀ ਹੋਈ ਹੈ। ਨਾ ਮੈਂ ਡਰਨ ਵਾਲਾ ਨਾ ਭੱਜਣ ਵਾਲਾ ਵਾਂ, ਨਾ ਸੇਵਾ ਬੰਦ ਕਰਾਂਗਾ ਨਾ ਘਟਾਵਾਂਗਾ। ਭਾਵੇਂ ਮੇਰਾ ਘਰ ਵੀ ਵਿਕ ਜਾਏ, ਮੈਂ ਇਸ ਕੰਮ ਦੇ ਵਿੱਚ ਪੂਰਾ ਦਬ ਕੇ ਸੇਵਾ ਕਰਾਂਗਾ। ਸੱਚੇ ਪਾਤਸ਼ਾਹ ਨੇ ਮੈਨੂੰ ਸ਼ਕਤੀ ਦਿੱਤੀ ਹੈ, ਹੋਰ ਜ਼ਿਆਦਾ ਕੰਮ ਕਰਾਂਗਾ। ਬਿਲਕੁਲ ਇਸੇ ਤਰੀਕੇ ਤੁਹਾਨੂੰ ਹਰ ਅਪਡੇਟ ਨਾਲ ਜੋੜਦੇ ਰਵਾਂਗੇ।
ਤੁਸੀਂ ਦੇਖ ਰਹੇ ਸੀਗੇ ਅਕਾਲ ਚੈਨਲ। ਦਾਸ ਗੁਰਪ੍ਰੀਤ ਸਿੰਘ ਭੋਈ ਇਸ ਟਾਈਮ ਸੀਮਾਪੁਰੀ ਸ਼ਮਸ਼ਾਨ ਘਾਟ ਦੇ ਬਾਹਰ ਤੋਂ ਜਤਿੰਦਰ ਸਿੰਘ ਸ਼ੰਟੀ ਹਰਾ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਜੋ ਫਾਊਂਡਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ। ਹਰ ਅਪਡੇਟ ਨਾਲ ਜੋੜਦੇ ਰਵਾਂਗੇ। ਵੇਖਦੇ ਰਹੋ ਅਕਾਲ ਚੈਨਲ।